ਹੈਲੋ ਦੋਸਤੋ, ਵੈਲਕਮ ਆ ਤੁਹਾਡਾ ਸਾਡੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ। ਜਿਵੇਂ ਕਿ ਆਪਾਂ ਤੁਹਾਡੇ ਨਾਲ ਜਿਹੜਾ ਪਾਰਲੀਮੈਂਟ ਟੌਪਿਕ ਆ ਉਹ ਪੋਲਿਟੀ ਦਾ ਡਿਸਕਸ ਕਰ ਰਹੇ ਸੀ, ਤਾਂ ਉਹ ਆਪਾਂ PPSC UPSC SSC ਵਰਗੇ ਐਗਜ਼ਾਮਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਆਪਣਾ ਟੌਪਿਕ ਆ ਉਹਨੂੰ ਕਵਰ ਕਰ ਰਹੇ ਹਾਂ। ਤਾਂ ਇਹਦੇ ਵਿੱਚੋਂ ਆਪਾਂ ਲੋਕ ਸਭਾ ਦੇ ਬਾਰੇ ਗੱਲ ਕਰ ਚੁੱਕੇ ਸੀ, ਅਤੇ ਉਹਦੇ ਬਾਰੇ ਜਿੰਨੇ ਪੁਆਇੰਟ ਬਣਦੇ ਸੀ ਸਪੀਕਰ ਨੂੰ ਰਿਗਾਰਡਿੰਗ, ਜਾਂ ਫਿਰ ਹੋਰ ਵੀ ਕੁਛ ਵੀ ਐਂਟੀ ਡਿਫੈਕਸ਼ਨ ਲਾਅ, ਬਾਕੀ ਜਿੰਨੇ ਇੰਪੋਰਟੈਂਟ ਫੈਕਟਸ ਬਣਦੇ ਨੇ ਤਾਂ ਉਹਨਾਂ ਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਤਾਂ ਆ ਜਿਨ੍ਹਾਂ ਨੇ ਹਜੇ ਤੱਕ ਇਹਦੀਆਂ 2 ਭਾਗ ਆ ਚੁੱਕੇ ਆ, ਜਿਨ੍ਹਾਂ ਨੇ ਉਹ ਨਹੀਂ ਦੇਖੇ ਤਾਂ ਪਲੀਜ਼ ਰਿਕੁਐਸਟ ਆ ਪਹਿਲਾਂ ਉਹਨਾਂ ਨੂੰ ਜ਼ਰੂਰ ਦੇਖ ਲਿਓ। ਤਾਂ ਇਹਨਾਂ ਦਾ ਜਿਹੜਾ ਲਿੰਕ ਆ ਉਹ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਔਰ ਅੱਜ ਆਪਾਂ ਇਹਦਾ ਤੀਸਰਾ ਭਾਗ ਆ ਜਿਹੜਾ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ। ਤਾਂ ਇਹਦੇ ਵਿੱਚੋਂ ਨਹੀਂ ਤਾਂ ਤੁਹਾਨੂੰ ਅਸੀਂ PPT ਵਗੈਰਾ ਜੋ ਟਾਈਪ ਕਰਕੇ ਦੇ ਦਈਏ ਤਾਂ ਉਹਦੇ ਲਈ ਟਾਈਮ ਬਹੁਤ ਜ਼ਿਆਦਾ ਆਪਣਾ ਲੱਗ ਜਾਂਦਾ, ਤਾਂ ਕਰਕੇ ਆਪਾਂ ਤੁਹਾਡੇ ਨਾਲ ਐਵੇਂ ਕਲਾਸਾਂ ਹੀ ਡਿਸਕਸ ਕਰ ਰਹੇ ਹਾਂ। ਇਹ ਤੋਂ ਬਿਨਾਂ ਆਪਾਂ ਹੁਣ 1-2 ਦਿਨਾਂ ਦੇ ਵਿੱਚ ਆਪਾਂ ਜਿਹੜਾ ਲਾਈਵ ਆਇਆ ਕਰਾਂਗੇ, ਤਾਂ ਤੁਸੀਂ ਉਹਦੇ 'ਚ ਜਿਹੜੇ ਵੀ ਤੁਹਾਡੇ ਕੋਈ ਡਾਊਟ ਹੁੰਦੇ ਆ ਤਾਂ ਤੁਸੀਂ ਲਾਈਵ ਕਲਾਸ ਦੇ ਵਿੱਚ ਉਹ ਜਿਹੜੇ ਆਪਦੇ ਡਾਊਟ ਨੇ ਤੁਹਾਡੇ ਉਹ ਕਲੀਅਰ ਕਰ ਸਕਦੇ ਹੋ। ਤਾਂ ਹੁਣ ਆਪਾਂ ਅੱਜ ਜਿਹੜਾ ਆਪਾਂ ਗੱਲ ਕਰਨੀ ਆ, ਅੱਜ ਆਪਾਂ ਭਾਗ ਤੀਜੇ ਦੇ ਬਾਰੇ ਗੱਲ ਕਰਾਂਗੇ। ਤਾਂ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ। ਤਾਂ ਜਿਹੜਾ ਆਪਾਂ ਹੁਣ ਅੱਜ ਗੱਲ ਕਰਨੀ, ਆਪਾਂ ਪਾਰਲੀਮੈਂਟ ਦੇ ਬਾਰੇ ਗੱਲ ਕਰ ਰਹੇ ਸੀ, ਤਾਂ ਇਹਦੇ ਵਿੱਚੋਂ ਆਪਾਂ ਲੋਕ ਸਭਾ ਦੇ ਬਾਰੇ ਆਲਰੇਡੀ ਗੱਲ ਕਰ ਚੁੱਕੇ ਹਾਂ, ਅਤੇ ਅੱਜ ਆਪਾਂ ਗੱਲ ਕਰਨੀ ਆ ਰਾਜ ਸਭਾ ਬਾਰੇ। ਤਾਂ ਹੁਣ ਮੈਂ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਲਈ ਇੱਕ ਕੁਐਸਚਨ ਆ, ਤਾਂ ਇਹ ਤੁਸੀਂ ਦੱਸੋਗੇ ਵੀ ਜਿਹੜਾ ਰਾਜ ਸਭਾ ਐਂਡ ਲੋਕ ਸਭਾ ਆਪਣੇ 2 ਸਦਨ ਨੇ, ਔਰ ਜਿਹੜਾ ਇਹਨਾਂ ਦਾ ਆਪਾਂ ਹਿੰਦੀ ਦੇ ਵਿੱਚ ਅਨੁਵਾਦ ਕਰਦੇ ਹਾਂ, ਅਤੇ ਉਹ ਆਪਾਂ ਕਦੋਂ ਅਡੋਪਟ ਕੀਤਾ ਸੀ। ਔਰ ਇੱਕ ਤੁਸੀਂ ਦੱਸਣਾ, ਅਗਰ ਤੁਸੀਂ ਕਲਾਸਾਂ ਪਹਿਲਾਂ ਧਿਆਨ ਨਾਲ ਦੇਖੀਆਂ ਸੁਣੀਆਂ ਨੇ, ਇੱਕ ਆਪਣੇ ਜਿਹੜਾ ਵੋਟ ਪਾਉਣ ਦਾ ਰਾਈਟ ਆ ਉਹ ਪਹਿਲਾਂ 21 ਸੀਗਾ, ਦੈਨ ਹੁਣ 18 ਆ। ਤਾਂ ਜਿਹੜਾ ਇਹ ਵਾਲਾ ਕੀਤਾ ਗਿਆ ਸੀ, ਇਹ ਕਿਹੜੀ ਅਮੈਂਡਮੈਂਟ ਐਕਟ ਨਾਲ ਔਰ ਕਿੰਨੇ ਦੇ ਵਿੱਚ ਕੀਤੀ ਗਈ ਸੀ, ਔਰ ਇਹ ਕਦੋਂ ਇੰਪਲੀਮੈਂਟ ਹੋਇਆ। ਤਾਂ ਇਹ 2 ਕੁਐਸਚਨ ਨੇ ਜਿਹੜੇ ਤੁਸੀਂ ਇਹ ਪਹਿਲਾਂ ਕਮੈਂਟ ਕਰਕੇ ਤੁਸੀਂ ਆਨਸਰ ਦਿਓਗੇ। ਤਾਂ ਹੁਣ ਆਪਾਂ ਰਾਜ ਸਭਾ ਦੇ ਬਾਰੇ ਗੱਲ ਕਰਨੀ ਆ। ਤਾਂ ਰਾਜ ਸਭਾ ਪਹਿਲੀ ਵਾਰ ਜਿਹੜੀ ਬਣੀ ਸੀ, ਰਾਜ ਸਭਾ ਜਿਹੜੀ ਫਸਟ ਟਾਈਮ ਬਣੀ ਸੀ, ਇਹ ਆਪਣੀ 1952 ਦੇ ਵਿੱਚ ਬਣੀ ਆ। ਇਹ ਜਿਵੇਂ ਫੈਕਟ ਨੇ, ਤੁਸੀਂ ਬਸ ਇਹਨਾਂ ਨੂੰ ਉਵੇਂ ਨੋਟ ਕਰ ਲਿਓ ਧਿਆਨ ਦੇ ਨਾਲ। ਤਾਂ ਇਹ ਆਪਣੇ ਆਰਟੀਕਲ ਕਿੰਨੇ ਦੇ ਵਿੱਚ ਆ, ਇਹ ਆਪਣੀ ਆਰਟੀਕਲ ਹੈਗੀ ਆ 80 ਦੇ ਵਿੱਚ। ਆਪਾਂ ਗੱਲ ਕਰੀ ਸੀ ਵੀ ਇੱਕ ਆਪਣੇ ਕੋਲੇ ਪਹਿਲਾਂ 79 ਦੇ ਵਿੱਚ ਆਪਣੇ ਪਾਰਲੀਮੈਂਟ ਸੀ। ਜੇ ਆਪਾਂ ਇੱਥੇ ਲਿਖਾਂ ਮੈਂ 79 ਆਰਟੀਕਲ ਦੇ ਵਿੱਚ ਆਪਣੀ ਸੀਗੀ ਪਾਰਲੀਮੈਂਟ, ਔਰ ਦੈਨ 80 ਦੇ ਵਿੱਚ ਆਪਣੀ ਸੀਗੀ ਰਾਜ ਸਭਾ, ਔਰ ਫਿਰ 81 ਦੇ ਵਿੱਚ ਆਪਣੀ ਹੈਗੀ ਸੀ ਲੋਕ ਸਭਾ। ਤਾਂ ਇਹਨਾਂ ਤੋਂ ਬਿਨਾਂ ਇੱਕ ਆਰਟੀਕਲ ਤੁਸੀਂ ਇਹਦੇ ਨਾਲ ਹੀ ਹੋਰ ਜੋੜ ਕੇ ਪੜ੍ਹਿਆ ਕਰੋ, ਆਰਟੀਕਲ 52, ਇਹਦੇ 'ਚ ਆਪਣੇ ਹੈਗੇ ਨੇ ਪ੍ਰੈਜ਼ੀਡੈਂਟ। ਠੀਕ ਹੈ, ਤਾਂ ਤੁਸੀਂ ਐਵੇਂ ਧਿਆਨ ਦੇ ਵਿੱਚ ਜਦੋਂ ਬਾਕੀ ਚੀਜ਼ਾਂ ਨੂੰ ਰਿਲੇਟ ਕਰਕੇ ਪੜ੍ਹੋਗੇ ਤਾਂ ਤੁਹਾਡਾ ਕੋਈ ਟੌਪਿਕ ਇਹੋ ਜਿਹਾ ਹੈ ਨਹੀਂ ਗਾ ਵੀ ਤੁਹਾਡੇ ਤੋਂ ਜਿਹੜਾ ਨਾ ਸਮਝਿਆ ਜਾਵੇ। ਤਾਂ ਇੱਥੋਂ ਤੱਕ ਮੈਨੂੰ ਕਲੀਅਰ ਆ। ਤਾਂ ਬਾਕੀ ਹੁਣ ਜੇ ਆਪਾਂ ਇਹਦੀ ਰਾਜ ਸਭਾ ਦੇ ਬਾਰੇ ਗੱਲ ਕਰੀਏ, ਤਾਂ ਇਹਨੂੰ ਹੋਰ ਨਾਮ ਦੇ ਨਾਲ ਵੀ ਜਾਣਿਆ ਜਾਂਦਾ, ਜਿਹੜੇ ਇਹਨੂੰ ਆਪਾਂ ਲਿਖ ਸਕਦੇ ਹਾਂ ਨੋਨ ਐਸ। ਤਾਂ ਹੋਰ ਕਿਹੜੇ ਕਿਹੜੇ ਨਾਮ ਨੇ ਜਿਨ੍ਹਾਂ ਦੇ ਨਾਲ ਇਹਨੂੰ ਜਾਣਿਆ ਜਾਂਦਾ। ਇੱਕ ਇਹਨੂੰ ਆਪਾਂ ਕਹਿੰਦੇ ਹਾਂ ਅਪਰ ਹਾਊਸ, ਪਰਮਾਨੈਂਟ ਹਾਊਸ, ਐਂਡ ਵੀਕ ਹਾਊਸ। ਦੇਖੋ ਪਰਮਾਨੈਂਟ ਜ਼ਰੂਰ ਆ, ਅਪਰ ਹਾਊਸ ਵੀ ਜ਼ਰੂਰ ਆ, ਪਰ ਇਹ ਲੋਕ ਸਭਾ ਦੇ ਮੁਕਾਬਲੇ 'ਚ ਵੀਕ ਹੁੰਦਾ। ਤਾਂ ਇਹਨੂੰ ਆਪਾਂ ਕਹਿੰਦੇ ਹਾਂ ਸੈਕਿੰਡ ਹਾਊਸ। ਇੱਥੋਂ ਤੱਕ ਤਾਂ ਕਲੀਅਰ ਆ। ਜਾਂ ਫਿਰ ਚੈਂਬਰ ਹਾਊਸ ਆਫ ਐਲਡਰਸ। ਤਾਂ ਇਹ ਇਹਦੇ ਨਾਮ ਨੇ, ਜਿਹੜੇ ਨਾਮਸ ਦੇ ਨਾਲ ਆਪਾਂ ਇਹਨੂੰ ਜਾਣਦੇ ਹਾਂ। ਇੱਥੋਂ ਤੱਕ ਦਾ ਕਲੀਅਰ ਹੋਊਗਾ। ਤਾਂ ਅੱਗੇ ਦੇਖੋ, ਜੇ ਆਪਾਂ ਦੇਖੀਏ ਵੀ ਇਹਨਾਂ ਦਾ ਜਿਹੜਾ ਟਨਿਓਰ ਆ, ਟਨਿਓਰ ਹੁੰਦਾ ਵੀ ਕਿੰਨਾ ਟਾਈਮ ਇਹਦੇ 'ਚ ਕਾਰਜਕਾਲ ਆ ਜਿਹੜਾ ਉਹ ਕੀਤਾ ਜਾਂਦਾ। ਜੇ ਇਹਦਾ ਟਨਿਓਰ ਦੇਖੀਏ, ਵੈਸੇ ਦਾ ਟਨਿਓਰ ਹੁੰਦਾ 6 ਈਅਰਸ ਦਾ। ਠੀਕ ਆ, ਪਰ ਇਹਦੇ ਜਿਹੜੇ 1/3 ਮੈਂਬਰ ਨੇ ਉਹ ਰਿਟਾਇਰ ਹੁੰਦੇ ਨੇ। 1/3 ਮੈਂਬਰ ਰਿਟਾਇਰ ਹੁੰਦੇ ਨੇ ਹਰ 2 ਸਾਲ 'ਤੇ। ਹਰ 2 ਸਾਲ ਬਾਅਦ ਇਹਦੇ ਜਿਹੜੇ ਰਿਟਾਇਰ ਹੋ ਜਾਂਦੇ ਨੇ 1/3, ਅਤੇ 2/3 ਨੇ ਜਿਹੜੇ ਉਹ ਸਟਿਲ ਬਣੇ ਰਹਿੰਦੇ ਆ। ਇੱਥੋਂ ਤੱਕ ਕਲੀਅਰ ਆ। ਇਹ ਆਪਾਂ ਰਾਜ ਸਭਾ ਦੇ ਬਾਰੇ ਬੇਸਿਕ ਫੈਕਟ ਨੇ ਜਿਹੜੇ ਉਹਨਾਂ ਦੇ ਬਾਰੇ ਗੱਲ ਕੀਤੀ ਆ ਵੀ ਇਹਦੇ ਕਿਹੜੇ ਕਿਹੜੇ ਨਾਮਸ ਦੇ ਨਾਲ ਜਾਣਿਆ ਜਾਂਦਾ। ਅਪਰ ਹਾਊਸ, ਪਰਮਾਨੈਂਟ ਹਾਊਸ, ਵੀਕ ਹਾਊਸ, ਸੈਕਿੰਡ ਹਾਊਸ। ਔਰ ਇਹਦੇ 'ਚ ਆਪਣਾ ਜਿਹੜਾ ਆਰਟੀਕਲ 52 ਹੈ, ਇਹਦੇ 'ਚ ਆਪਣੇ ਪ੍ਰੈਜ਼ੀਡੈਂਟ ਨੇ। 79 ਦੇ ਵਿੱਚ ਪਾਰਲੀਮੈਂਟ ਆ, 80 'ਚ ਰਾਜ ਸਭਾ, ਔਰ 81 ਦੇ ਵਿੱਚ ਲੋਕ ਸਭਾ। ਤਾਂ ਫਸਟ 1952 ਆਰਟੀਕਲ 80 ਦੇ ਵਿੱਚ ਆ, ਔਰ 6 ਸਾਲ ਟਨਿਓਰ ਆ, ਔਰ 1/3 ਜਿਹੜੇ ਮੈਂਬਰ ਨੇ ਉਹ ਰਿਟਾਇਰ ਹੁੰਦੇ ਰਹਿੰਦੇ ਆ। 2/3 ਜਿਹੜੇ ਉਹ ਸਟਿਲ ਬਣੇ ਰਹਿੰਦੇ ਆ। ਕਿੰਨੇ ਸਾਲ ਬਾਅਦ? ਅਤੇ 2 ਆਪਣੇ 2 ਸਾਲ ਬਾਅਦ। ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੀਆਂ ਕੁਆਲੀਫਿਕੇਸ਼ਨ ਕੀ ਹੁੰਦੀ ਆ, ਮਤਲਬ ਕਿ ਜੇ ਆਪਾਂ ਇਹਦਾ ਮੈਂਬਰ ਬਣਨਾ ਤਾਂ ਇਹਦੀ ਕੁਆਲੀਫਿਕੇਸ਼ਨ ਜਿਹੜੀ ਉਹ ਕੀ ਹੁੰਦੀ ਆ। ਤਾਂ ਤੁਸੀਂ ਲੋਕ ਸਭਾ ਦਾ ਮੈਂਬਰ ਬਣਨ ਦੇ ਲਈ ਔਰ ਲੋਕ ਸਭਾ ਦਾ ਸਪੀਕਰ ਬਣਨ ਦੇ ਲਈ ਕੀ ਕੁਆਲੀਫਿਕੇਸ਼ਨ ਆ ਉਹ ਤੁਸੀਂ ਵੀ ਕਮੈਂਟ ਕਰਕੇ ਦੱਸੋਗੇ। ਤਾਂ ਇਹਦਾ ਦੇਖੋ ਪਹਿਲੇ ਨੰਬਰ 'ਤੇ ਇਹ ਆਪਣੇ ਕੋਲ ਸਿਟੀਜ਼ਨ ਹੋਣੇ ਚਾਹੀਦੇ ਆ, ਸਿਟੀਜ਼ਨ ਆਫ ਇੰਡੀਆ ਆਪਣੇ ਸਿਟੀਜ਼ਨ ਹੋਣੇ ਚਾਹੀਦੇ ਆ। ਔਰ ਇਹਨਾਂ ਦੀ ਏਜ ਆ ਜਿਹੜੀ
ਉਹ 30 ਈਅਰਸ ਹੋਣੀ ਚਾਹੀਦੀ ਹੈ। ਆਹ ਮੇਰੇ ਧਿਆਨ ਨਾਲ ਆ ਪੁਆਇੰਟ ਆ ਨਾ ਜਿਹੜਾ, ਇਹਨੂੰ ਧਿਆਨ ਨਾਲ ਮਾਰਕ ਕਰ ਲਿਓ, ਇਹਦੇ ਬਾਰੇ ਆਪਾਂ ਅੱਗੇ ਡਿਸਕਸ ਕਰਾਂਗੇ। ਤਾਂ ਏਜ 30 ਈਅਰ ਹੋਣੀ ਚਾਹੀਦੀ ਆ, ਔਰ ਨਾਟ ਪ੍ਰੋਫਿਟ ਆਫਿਸ, ਕੋਈ ਲਾਭ ਦੇ ਪਦ ਦੇ ਉੱਤੇ ਨਹੀਂ ਹੋਣਾ ਚਾਹੀਦਾ, ਲਾਭ ਦੀ ਪੋਸਟ ਤੇ ਨਹੀਂ ਹੋਣਾ ਚਾਹੀਦਾ। ਇੱਥੋਂ ਤੱਕ ਕਲੀਅਰ ਆ, ਇਹ ਦੀਆਂ ਨੇ ਕੁਆਲੀਫਿਕੇਸ਼ਨ ਨੇ। ਬਾਕੀ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਵੀ ਇਹਦੇ 'ਚ ਚੋਣ ਕਿਵੇਂ ਹੁੰਦੀ ਆ, ਜੇ ਆਪਾਂ ਗੱਲ ਕਰੀਏ ਇਲੈਕਸ਼ਨਸ ਦੀ, ਤਾਂ ਇਲੈਕਸ਼ਨ ਇਹਦੀਆਂ ਕਿਵੇਂ ਹੁੰਦੀਆਂ, ਆਪਣੇ ਇਲੈਕਸ਼ਨਾਂ ਹੁੰਦੀਆਂ ਨੇ ਇਨਡਾਇਰੈਕਟ ਤਰੀਕੇ ਨਾਲ। ਇਹਦੀ ਇਲੈਕਸ਼ਨ ਕਿਵੇਂ ਹੁੰਦੀ ਆ, ਇਨਡਾਇਰੈਕਟ, ਯਾਨੀ ਕਿ ਸਿੱਧੇ ਤਰੀਕੇ ਨਾਲ। ਜਿਵੇਂ ਕਿ ਦੇਖੋ, ਆਪਾਂ ਕਿਸੇ ਨੂੰ ਚੁਣ ਰਹੇ ਹਾਂ, ਆਪਣੇ ਐਮਪੀ ਨੂੰ ਜਾਂ ਸਰਪੰਚ ਨੂੰ ਚੁਣਦੇ ਹਾਂ ਆਪਾਂ ਆਪ ਵੋਟਾਂ ਪਾ ਕੇ ਉਹਨਾਂ ਨੂੰ ਖੁਦ ਚੁਣਦੇ ਹਾਂ, ਉਹਨੂੰ ਤਾਂ ਕਹਿੰਦੇ ਆ ਡਾਇਰੈਕਟ ਇਲੈਕਸ਼ਨ, ਜਿਹਦੇ 'ਚ ਆਪਾਂ ਖੁਦ ਚੁਣਦੇ ਹਾਂ। ਪਰ ਇਹ ਚੁਣੇ ਹੋਏ ਆਪਸ ਦੇ ਵਿੱਚੋਂ ਆਪਣੇ ਬਾਅਦ ਦੇ ਵਿੱਚ ਚੁਣਦੇ ਆ, ਸੋ ਦੈਟਸ ਵਾਈ ਇਹ ਕਿਹੜੀ ਆਪਣੀ ਇਨਡਾਇਰੈਕਟ ਇਲੈਕਸ਼ਨ ਆ। ਬਾਕੀ ਇਹਦੇ 'ਚ ਜਿਹੜੇ ਭਾਗ ਲੈਂਦੇ ਨੇ, ਉਹ ਭਾਗ ਲੈਣ ਵਾਲੇ ਇਹਦੇ 'ਚ ਕਿਹੜੇ ਕਿਹੜੇ ਨੇ, ਜਿਹੜੇ ਇਹਦੇ 'ਚ ਆਪਣੇ ਭਾਗ ਲੈਂਦੇ ਨੇ, ਉਹ ਹੁੰਦੇ ਆ ਐਮਐਲਏ ਆਫ ਸਟੇਟਸ। ਕਲੀਅਰ ਹੈ ਇੱਥੋਂ ਤੱਕ। ਤੇ ਪ੍ਰਪੋਰਸ਼ਨਲ ਰਿਪਰੈਜ਼ੈਂਟੇਸ਼ਨ ਤਰੀਕੇ ਨਾਲ ਇਹਨਾਂ ਦੀਆਂ ਵੋਟਾਂ ਹੁੰਦੀਆਂ ਨੇ ਪਾਪੂਲੇਸ਼ਨ ਬੇਸ ਤੇ। ਤਾਂ ਹੁਣ ਆਪਾਂ ਦੇਖੀਏ ਜੇ ਇਹਨਾਂ ਦੀਆਂ ਫਿਰ ਮੈਕਸੀਮਮ ਸੀਟਸ ਕਿੰਨੀਆਂ ਨੇ, ਜਿਹੜੀਆਂ ਮੈਕਸੀਮਮ ਸੀਟਸ ਨੇ, ਮੈਕਸੀਮਮ ਸੀਟਸ ਇਹਦੀਆਂ ਹੁੰਦੀਆਂ ਨੇ 250 ਦੇ ਵਿੱਚੋਂ। ਅੱਗੇ ਵੀ ਇੱਕ ਕਲਾਸੀਫਿਕੇਸ਼ਨ ਹੁੰਦਾ ਇਹਨਾਂ ਦਾ, ਜਿਵੇਂ 238 ਤੇ 12। ਤਾਂ ਜਿਹੜੇ 238 ਨੇ ਇਹ ਤਾਂ ਹੁੰਦੇ ਨੇ ਇਲੈਕਟਡ ਅਸਿੱਧੇ ਤਰੀਕੇ ਨਾਲ, ਮਤਲਬ ਕਿ ਇਹਨਾਂ ਨੂੰ ਚੁਣਦੇ ਤਾਂ ਆਪਾਂ ਇੰਡਾਇਰੈਕਟ ਹੀ ਆ। ਤਾਂ ਇਹ ਨੇ, ਤੇ ਆ 12 ਨੇ ਜਿਹੜੇ ਇਹ ਮਨੋਨੀਤ ਕੀਤੇ ਜਾਂਦੇ ਆ, ਜਾਣੀ ਕਿ ਇਹ ਨੋਮੀਨੇਟਡ ਹੁੰਦੇ ਆ। ਨੋਮੀਨੇਟਡ ਸੌਰੀ ਦੋਸਤੋ, ਤਾਂ ਨੋਮੀਨੇਟਡ ਕੀਤੇ ਜਾਂਦੇ ਨੇ ਆਪਣੇ ਰਾਸ਼ਟਰਪਤੀ ਜੀ ਦੁਆਰਾ। ਇੱਥੋਂ ਤੱਕ ਕਲੀਅਰ ਆ। ਤਾਂ ਤੁਸੀਂ ਇਹਨੂੰ ਵੀ ਧਿਆਨ ਦੇ ਵਿੱਚ ਰੱਖਣਾ। ਆ ਆਪਣੀਆਂ ਇਹਦੀਆਂ ਮੈਕਸੀਮਮ ਸੀਟਸ ਨੇ ਜਿਹੜੀਆਂ, ਇਹਦੇ ਬਾਰੇ ਤੁਹਾਨੂੰ ਪੁਆਇੰਟ ਕਲੀਅਰ ਹੋ ਗਿਆ ਹੋਊਗਾ। ਤਾਂ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਮੈਕਸੀਮਮ ਸੀਟਸ ਇਹਦੀਆਂ ਸਟੇਟਸ ਦੇ ਬਾਈ ਨਾਲ। ਤਾਂ ਸਭ ਤੋਂ ਜ਼ਿਆਦਾ ਲੋਕ ਸਭਾ ਦੇ ਵਿੱਚ ਸੀਟਾਂ ਯੂਪੀ ਤੋਂ ਨੇ, ਤੇ ਰਾਜ ਸਭਾ ਦੇ ਵਿੱਚ ਵੀ ਯੂਪੀ ਤੋਂ ਨੇ 31 ਸੀਟਾਂ ਨੇ। ਫਿਰ ਦੂਸਰੇ ਨੰਬਰ 'ਤੇ ਆਪਣੇ ਮਹਾਰਾਸ਼ਟਰ ਦੀਆਂ 19 ਨੇ, ਔਰ ਆਪਣੀਆਂ ਤਾਮਿਲਨਾਡੂ ਦੀਆਂ 18 ਨੇ, ਬਿਹਾਰ ਦੀਆਂ 16, ਵੈਸਟ ਬੰਗਾਲ ਦੀਆਂ ਵੀ 16। ਇਹਦੇ 'ਚ ਤੁਸੀਂ ਨੋਟ ਕਰ ਲਿਓ ਵੀ ਇਹ ਇਹਨਾਂ ਦੀਆਂ ਸੇਮ ਨੇ, ਯਾਦ ਰਹੂਗਾ। ਜੇ ਬਿਹਾਰ ਦੀ ਯਾਦ ਤਾਂ ਨਾਲ ਜੋੜ ਲਿਆ ਕਰੋ ਵੀ ਵੈਸਟ ਬੰਗਾਲ ਆ ਜਿਹੜਾ, ਤੇ ਉਹਦੇ ਨਾਲ ਸੇਮ ਆ ਆਂਧਰਾ ਪ੍ਰਦੇਸ਼ ਐਂਡ ਗੁਜਰਾਤ। ਦੈਨ ਇਹਨਾਂ ਦੀਆਂ 11 ਸੀਟਾਂ ਨੇ, ਮਤਲਬ 11 ਇਹ 'ਚ ਨੇ, 11 ਇਹਦੇ 'ਚ ਨੇ। ਔਰ ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ, ਤਾਂ ਪੰਜਾਬ ਦੇ ਵਿੱਚ ਆਪਣੇ ਕਿੰਨੀਆਂ ਸੀਟਾਂ ਨੇ, ਪੰਜਾਬ ਦੇ ਵਿੱਚ ਰਾਜ ਸਭਾ ਦੀਆਂ 7 ਸੀਟਾਂ ਨੇ, ਔਰ ਆਪਣੇ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ 13 ਸੀਟਾਂ ਨੇ, ਔਰ ਆਪਣੇ ਜਿਹੜੀਆਂ ਸਟੇਟ ਦੀਆਂ ਨੇ ਵਿਧਾਨ ਸਭਾ ਦੀਆਂ, ਉਹ ਤੁਸੀਂ ਦੱਸੋਗੇ ਕਮੈਂਟ ਕਰਕੇ ਵੀ ਉਹ ਕਿੰਨੀਆਂ ਨੇ। ਇੱਥੋਂ ਤੱਕ ਕਲੀਅਰ ਆ। ਇਹ ਤਾਂ ਆਪਣੀਆਂ ਹੋ ਗਈਆਂ ਇੱਧਰ ਦੀਆਂ ਸਟੇਟਸ ਜਿਹੜੀਆਂ ਇੰਡੀਆ ਦੀਆਂ ਨੇ। ਬਾਕੀ ਜੇ ਆਪਾਂ ਦੇਖੀਏ ਜਿਹੜੀਆਂ ਆਪਣੀਆਂ ਨਰਦਰਨ ਈਸਟਰਨ ਸਟੇਟਸ ਨੇ ਨਾ, ਨਰਦਰਨ ਈਸਟਰਨ ਸਟੇਟਸ ਨੇ, ਜਿਨ੍ਹਾਂ ਨੂੰ ਆਪਾਂ 7 ਸਿਸਟਰ ਬੋਲਦੇ ਹਾਂ ਆਪਣੀਆਂ, ਇੱਧਰ ਜਿਵੇਂ ਕਿ ਆਪਣੀਆਂ ਆ ਇੱਧਰਲਾ ਪਾਸਾ ਜਿਹੜਾ ਮਤਲਬ ਇੱਧਰੋਂ ਲੱਗ ਜਾਂਦਾ ਵਾਲਾ, ਜਿੱਧਰ ਆਪਾਂ ਡਰਾਅ ਕਰ ਰਹੇ ਹਾਂ ਨਾ, ਇਹ ਵਾਲੀਆਂ ਜਿਹੜੀਆਂ ਇੱਧਰ ਦੀਆਂ ਸਟੇਟਸ ਨੇ, ਉਹਨਾਂ ਦੇ ਵਿੱਚੋਂ ਦੇਖੋ MG ਪਾਇਆ ਮੈਂ ਮੇਘਾਲਿਆ ਦੇ ਲਈ, ਮਨੀ ਪਾਇਆ ਮਣੀਪੁਰ ਦੇ ਲਈ, ਔਰ ਮੀਜ਼ੋ ਪਾ ਰਿਹਾ ਮੈਂ ਮਿਜ਼ੋਰਮ ਲਈ, ਤ੍ਰਿਪੁਰਾ ਲਈ ਤ੍ਰਿਪੁਰਾ, ਔਰ ਨਾਗਾ ਪਾ ਰਹੇ ਆਪਾਂ ਨਾਗਾਲੈਂਡ ਲਈ, ਔਰ ਅਰੂਣ ਪਾ ਰਹੇ ਹਾਂ ਅਰੁਣਾਚਲ ਪ੍ਰਦੇਸ਼ ਲਈ, ਔਰ ਲਾਸਟ 'ਤੇ ਮੈਂ ਪਾ ਰਿਹਾ ਸਿੱਕਮ। ਆ ਆਪਾਂ ਇੱਧਰਲੀਆਂ ਸਟੇਟਸ ਦੇ ਜਿਹੜੇ ਨਾਮ ਲਿਖ ਲਏ 1 1 1 1 1 1 1, ਔਰ ਇੱਕ ਗੋਆ ਲਿਖ ਲਓ, ਗੋਆ ਦੇ ਵਿੱਚ ਵੀ 1। ਗੋਆ ਤਾਂ ਕਰਕੇ ਆਪਾਂ ਅਲੱਗ ਤੋਂ ਲਿਖਿਆ, ਮਤਲਬ ਕਿ ਇੱਧਰ ਨਹੀਂ ਆਉਂਦੀ, ਨਾਰਥ ਈਸਟਰਨ ਸਟੇਟਸ ਨਹੀਂ ਆਉਂਦੀ, ਪਰ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਆ, ਇਹਨਾਂ ਦੇ ਇੱਕ ਇੱਕ ਸੀਟ ਆ ਸਭ ਦੇ ਵਿੱਚ। ਪਰ ਇੱਥੇ ਧਿਆਨ ਦੇ ਜੋ ਗੱਲ ਇਹ ਆ ਵੀ ਇਹਨਾਂ ਦੇ ਵਿੱਚੋਂ ਸਿਰਫ ਅਸਮ ਇੱਕ ਇਹੋ ਜਿਹਾ ਜਿੱਥੇ 7 ਨੇ, ਪੰਜਾਬ ਦੇ ਜਿੰਨੀਆਂ ਨੇ ਸਿਰਫ ਅਸਾਮ ਦੇ ਵਿੱਚ 7 ਸੀਟਾਂ ਨੇ, ਬਾਕੀ ਇੱਧਰ ਸਾਰਿਆਂ ਦੇ ਕੋਲੇ ਇੱਕ ਇੱਕ ਸੀਟ ਆ। ਤੇ ਆ ਇਹਨਾਂ ਦਾ ਸੀਟਾਂ ਦਾ ਜਿਹੜਾ ਕਲਾਸੀਫਿਕੇਸ਼ਨ ਆ ਇਹ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਤਾਂ ਅੱਗੇ ਦੇਖੋ ਜਿਹੜੇ ਇਹਦੇ ਚੇਅਰਮੈਨ ਹੁੰਦੇ ਆ, ਤਾਂ ਆਪਾਂ ਪਹਿਲਾਂ ਵੀ ਗੱਲ ਕਰੀ ਸੀ, ਜਿਹੜਾ ਰਾਜ ਸਭਾ ਦਾ ਚੇਅਰਮੈਨ ਹੁੰਦਾ ਉਹ ਆਪਣੇ ਕੌਣ ਹੁੰਦੇ ਨੇ, ਚੇਅਰਮੈਨ ਆਫ ਰਾਜ ਸਭਾ। ਇਹ ਕੌਣ ਹੁੰਦੇ ਨੇ, ਜਿਹੜੇ ਵੀ ਆਪਣੀ ਕੰਟਰੀ ਦੇ ਵਾਈਸ ਪ੍ਰੈਜ਼ੀਡੈਂਟ ਹੁੰਦੇ ਆ। ਠੀਕ ਆ, ਜਿਹੜੇ ਵੀ ਆਪਣੀ ਕੰਟਰੀ ਦੇ ਵਾਈਸ ਪ੍ਰੈਜ਼ੀਡੈਂਟ ਹੁੰਦੇ ਉਹ ਚੇਅਰਮੈਨ ਹੁੰਦੇ ਆ। ਤਾਂ ਇਹ ਆਪਣੇ ਕਿਹੜੇ ਆਰਟੀਕਲ 'ਚ ਨੇ, ਆਰਟੀਕਲ 89 ਦੇ ਵਿੱਚ ਨੇ। ਠੀਕ ਆ, ਤਾਂ ਹੁਣ ਦੇਖੋ ਕੀ ਇਹ ਮੈਂਬਰ ਹੁੰਦਾ, ਮੈਂਬਰ ਆਫ ਰਾਜ ਸਭਾ ਹੁੰਦਾ? ਤਾਂ ਨੋ, ਇਹ ਮੈਂਬਰ ਆਫ ਰਾਜ ਸਭਾ ਨਹੀਂ ਹੁੰਦਾ। ਬਾਕੀ ਜਿਹੜੇ ਆਪਣੇ ਫਸਟ ਬਣੇ ਸੀ, ਫਸਟ ਕੌਣ ਸੀ, ਬਸ ਇਹੀ ਧਿਆਨ ਦੇ ਵਿੱਚ ਰੱਖਣੇ ਹੁੰਦੇ ਆਪਣੇ ਇਫੈਕਟ ਬਣਦੇ ਐਸ ਰਾਧਾ ਕ੍ਰਿਸ਼ਨਨ, ਔਰ ਜਿਹੜੇ ਹੁਣ ਨੇ ਪ੍ਰੈਜ਼ੈਂਟ ਦੇ ਵਿੱਚ ਨੇ ਆਪਣੇ
ਠੀਕ ਆ। ਹੁਣ ਆਪਣੇ ਹੈਗੇ ਨੇ M ਵੈਂਕਈਆ ਨਾਇਡੂ ਜੀ, M ਵੈਂਕਈਆ ਨਾਇਡੂ ਜੀ। ਤਾਂ ਇਹ ਆਪਣੇ ਪ੍ਰੈਜ਼ੈਂਟਲੀ ਨੇ ਹੁਣ, ਅਤੇ ਆ ਆਪਣੇ ਫਸਟ ਸੀਗੇ ਰਾਧਾ ਕ੍ਰਿਸ਼ਨਨ ਜੀ ਸੀਗੇ। ਤਾਂ ਜਿਹੜੀ ਇਹਨਾਂ ਦੀ ਸਹੁੰ ਹੁੰਦੀ ਆ, ਇਹਨਾਂ ਨੂੰ ਓਥ ਕਿਹਨਾਂ ਦੇ ਦੁਆਰਾ ਖਵਾਈ ਜਾਂਦੀ ਆ, P52, ਜਾਣੀ ਕਿ ਆਪਣੇ ਰਾਸ਼ਟਰਪਤੀ ਜੀ ਨੇ ਜਿਹੜੇ ਉਹ ਇਹਨਾਂ ਨੂੰ ਸਹੁੰ ਖਵਾਉਂਦੇ ਆ। ਅਤੇ ਜਿਹੜਾ ਇਹਨਾਂ ਦਾ ਕਾਰਜਕਾਲ ਆ ਨਾ, ਆਹ ਧਿਆਨ ਦੇ ਵਿੱਚ ਰੱਖਿਓ, ਇਹਨਾਂ ਦਾ ਕਾਰਜਕਾਲ 5 ਈਅਰ ਹੁੰਦਾ, 5 ਈਅਰ। ਔਰ ਇਹਨਾਂ ਦੀ ਜਿਹੜੀ ਚੋਣ ਆ ਇਹ ਵੀ ਇੰਟਰੈਕਟਿਵ ਤਰੀਕੇ ਨਾਲ ਹੋ ਰਹੀ ਆ। ਇਹਨਾਂ ਦੀਆਂ ਚੋਣਾਂ ਇੰਟਰੈਕਟ ਨਾਲ ਹੁੰਦੀਆਂ ਨੇ। ਇਹਦੇ 'ਚ ਪਾਰਟੀਸਪੇਟ ਕਰਦੇ ਨੇ ਟੋਟਲ MP ਆਫ ਲੋਕ ਸਭਾ ਐਂਡ ਰਾਜ ਸਭਾ ਬੋਥ ਆ, ਠੀਕ ਆ। ਅਤੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਕੀ ਇਹ ਰੀਇਲੈਕਟ ਹੋ ਸਕਦੇ ਨੇ, ਰੀਇਲੈਕਸ਼ਨ ਕੀਤੀ ਜਾ ਸਕਦੀ ਆ, ਆਪਾਂ ਕਹਾਂਗੇ ਯੈਸ। ਤਾਂ ਇਹਨਾਂ ਨੂੰ ਦੁਬਾਰੇ ਚੁਣਿਆ ਜਾ ਸਕਦਾ। ਔਰ ਇਹਨਾਂ ਦੀ ਜਿਹੜੀ ਸੈਲਰੀ ਆ ਉਹ ਕਾਹਦੇ 'ਚੋਂ ਜਾਂਦੀ ਆ, ਸੈਲਰੀ ਇਹਨਾਂ ਦੀ ਜਾਂਦੀ ਹੈ ਕੰਸੋਲੀਡੇਟਡ ਫੰਡ ਦੇ ਵਿੱਚੋਂ। ਸੈਲਰੀ ਕਿੱਥੋਂ ਦਿੰਦੇ ਅਸੀਂ, ਕੰਸੋਲੀਡੇਟਡ, ਲੋਕ ਸਭਾ ਦੇ ਸਪੀਕਰ ਨੂੰ ਵੀ ਇੱਥੋਂ। ਕੰਸੋਲੀਡੇਟਡ ਫੰਡ ਆ ਜਿਹੜਾ, ਇਹਦਾ ਆਰਟੀਕਲ ਕਿੰਨਾ ਗਏ ਤੁਸੀਂ ਦੱਸੋਗੇ ਵੀ 245 ਆ, 266 ਆ, 267 ਆ। 3 ਆਪਸ਼ਨਾਂ ਦਿੱਤੀਆਂ ਨੇ ਤੁਹਾਨੂੰ, ਤੁਸੀਂ ਉਹਦੇ 'ਚੋਂ ਦੱਸਣਾ ਵੀ ਕੰਸੋਲੀਡੇਟਡ ਫੰਡ ਆਪਣੇ ਕਿਹੜੇ ਆਰਟੀਕਲ ਦੇ ਵਿੱਚ ਆ, ਔਰ ਆਪਣੇ ਇਹਨੂੰ ਆਡਿਟ ਕਰਦਾ ਕੌਣ, ਔਰ ਬ੍ਰਿਟੇਨ ਦੇ ਨਾਲੋਂ ਇਹਦੇ ਆਪਣੇ ਕੀ ਵੱਖਰਾ ਗਾ ਕੰਸੋਲੀਡੇਟਡ ਫੰਡ ਨੂੰ ਲੈ ਕੇ। ਤਾਂ ਇਹ ਤੁਸੀਂ ਦੱਸਣਾ। ਇੱਥੋਂ ਤੱਕ ਕਲੀਅਰ ਆ। ਬਾਕੀ ਇਹਦੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਆ, ਮੈਂ ਇੱਥੇ ਰੈੱਡ ਕਲਰ ਨਾਲ ਲਿਖ ਰਿਹਾ ਇਹਨੂੰ। ਇਹਦੀ ਏਜ ਦੀ ਗੱਲ ਕਰੀਏ, ਜਿਹੜੀ ਇਹਨੂੰ ਏਜ ਬਣਨ ਦੇ ਲਈ ਚੇਅਰਮੈਨ ਦੇ ਲਈ ਚਾਹੀਦੀ ਆ, ਤਾਂ ਉਹ ਆਪਣੇ ਚਾਹੀਦੀ ਆ 35 ਈਅਰਸ, ਠੀਕ ਆ। ਅਤੇ ਮੈਕਸੀਮਮ ਤਾਂ ਕੋਈ ਨੋ ਲਿਮਟ ਹੀ ਹੈ ਨਹੀਂ, ਮੈਕਸੀਮਮ ਨੋ ਲਿਮਟ ਆ। ਪਰ ਮਿਨੀਮਮ ਆਪਣੇ ਘੱਟੋ ਘੱਟ 35 ਸਾਲ ਉਮਰ ਆ ਜਿਹੜੀ ਉਹ ਹੋਣੀ ਚਾਹੀਦੀ ਆ। ਜਦ ਕਿ ਮੈਂਬਰ ਬਣਨ ਦੇ ਲਈ ਉਮਰ ਕਿੰਨੀ ਸੀਗੀ, ਮੈਂ ਤੁਹਾਨੂੰ ਕਿਹਾ ਸੀ ਵੀ ਉਹਦੇ ਬਾਰੇ ਆਪਾਂ ਮੈਂਬਰ ਬਣਨ ਦੇ ਲਈ 30 ਸਾਲ ਹੀ ਆ, ਮੈਂਬਰ ਬਣਨ ਦੇ ਲਈ 30 ਸਾਲ ਆ, ਲੋਕ ਸਭਾ ਦਾ ਮੈਂਬਰ ਬਣਨ ਲਈ 25 ਸਾਲ ਆ। ਇੱਥੋਂ ਤੱਕ ਕਲੀਅਰ ਆ। ਤਾਂ ਹੁਣ ਇਹ ਤਾਂ ਹੋ ਗਈ ਚੇਅਰਮੈਨ ਦੇ ਬਾਰੇ ਗੱਲ। ਤਾਂ ਹੁਣ ਚੇਅਰਮੈਨ ਤੋਂ ਬਾਅਦ ਆਪਾਂ ਗੱਲ ਕਰੀਏ ਡਿਪਟੀ ਚੇਅਰਮੈਨ ਦੀ। ਤਾਂ ਇੱਕ ਕੰਸੈਪਟ ਕੀ ਆ, ਡਿਪਟੀ ਚੇਅਰਮੈਨ। ਹੁਣ ਡਿਪਟੀ ਚੇਅਰਮੈਨ ਇਹ ਵੀ ਆਪਣੇ ਆਰਟੀਕਲ 89 ਦੇ ਵਿੱਚ ਨੇ। ਤਾਂ ਇਹ ਮੈਂਬਰ ਹੁੰਦਾ ਰਾਜ ਸਭਾ, ਆਪਾਂ ਦੇਖਿਆ ਸੀ ਵੀ ਉਹ ਨਹੀਂ, ਤਾਂ ਇਹ ਮੈਂਬਰ ਹੁੰਦਾ, ਠੀਕ ਆ। ਅਤੇ ਇਹ ਜਿਹੜੇ ਆਪਣੇ ਪਹਿਲੇ ਬਣੇ ਸੀਗੇ, ਫਸਟ ਬਣੇ ਸੀ, ਇਹ ਬਣੇ ਸੀ ਕ੍ਰਿਸ਼ਨ ਮੂਰਤੀ ਰਾਓ। ਕ੍ਰਿਸ਼ਨ ਮੂਰਤੀ ਰਾਵ ਸੀ। ਅਤੇ ਜਿਹੜੇ ਹੁਣ ਪ੍ਰੈਜ਼ੈਂਟ ਨੇ, ਇਹ ਤੁਹਾਡੇ ਲਈ ਹੋਮਵਰਕ ਆ ਵੀ ਤੁਸੀਂ ਦੱਸੋਗੇ ਵੀ ਹੁਣ ਆਪਣੇ ਪ੍ਰੈਜ਼ੈਂਟ ਨੇ ਜਿਹੜੇ ਡਿਪਟੀ ਚੇਅਰਮੈਨ ਉਹ ਕੌਣ ਨੇ, ਇਹ ਤੁਸੀਂ ਦੱਸੋਗੇ, ਠੀਕ ਆ। ਅਤੇ ਥੋੜ੍ਹੀ ਬਹੁਤੀ ਸਰਚ ਕਰਿਆ ਕਰੋ ਤੁਸੀਂ ਵੀ ਹੁਣ ਆਪਣੇ ਪ੍ਰੈਜ਼ੈਂਟ ਕੌਣ ਨੇ। ਤਾਂ ਇਹਨਾਂ ਨੂੰ ਕੋਈ ਓਥ ਹੁੰਦੀ ਆ, ਇਹਨਾਂ ਦੀ ਓਥ ਨਹੀਂ। ਤਾਂ ਬਾਕੀ ਇਹਨਾਂ ਦੀ ਸੈਲਰੀ ਆ ਜਿਹੜੀ, ਇਹਨਾਂ ਦੀ ਵੀ ਸੈਲਰੀ ਆ ਉਹ ਵੀ ਜਾਂਦੀ ਆ ਕੰਸੋਲੀਡੇਟਡ ਫੰਡ ਇੰਡੀਆ, CFI, ਯਾਨੀ ਕਿ ਕੰਸੋਲੀਡੇਟਡ ਫੰਡ ਦੇ ਵਿੱਚੋਂ ਹੀ ਜਾਂਦੀ ਆ। ਅਤੇ ਜੇ ਇਹਨਾਂ ਨੇ ਆਪਦਾ ਰਿਜ਼ਾਈਨ ਦੇਣਾ ਹੋ ਤਾਂ ਇਹ ਆਪਦਾ ਰਿਜ਼ਾਈਨ ਦੇਣਗੇ ਚੇਅਰਮੈਨ ਨੂੰ, ਕਿਉਂਕਿ ਇਹ ਡਿਪਟੀ ਚੇਅਰਮੈਨ ਹੈ ਨਾ, ਅਤੇ ਚੇਅਰਮੈਨ ਰਾਜ ਸਭਾ ਨੂੰ ਦੇਣਗੇ। ਅਤੇ ਜਿਹੜਾ ਆਪਣਾ ਚੇਅਰਮੈਨ ਆ ਇਹ ਅਸਤੀਫਾ ਦਿੰਦਾ ਹੁੰਦਾ ਰਾਸ਼ਟਰ। ਅਤੇ ਜਿਹੜੀ ਇਹਨਾਂ ਦੀ ਇਲੈਕਸ਼ਨ ਆ ਇਹ ਵੀ ਇਨਡਾਇਰੈਕਟ ਹੁੰਦੀ ਆ। ਔਰ ਜਿਹੜੀ ਇਹ ਰੀਇਲੈਕਸ਼ਨ ਆ, ਇਹਨਾਂ ਦੀ ਵੀ ਰੀਇਲੈਕਸ਼ਨ ਹੋ ਸਕਦੇ ਆ, ਯੈਸ। ਅਤੇ ਜਿਹੜਾ ਇਹਨਾਂ ਦਾ ਟਨਿਓਰ ਆ, ਇੱਥੇ ਫਰਕ ਆ, ਇਹਨਾਂ ਦਾ ਟਨਿਓਰ ਕਿੰਨਾ ਹੈਗਾ 6 ਸਾਲ। ਦੇਖੋ ਹੁਣ ਇੱਥੇ ਕਨਫਿਊਜ਼ਨ ਵਾਲੀਆਂ ਗੱਲਾਂ ਹੋ ਜਾਂਦੀਆਂ ਨੇ, ਇੱਥੇ ਵੀ ਆਪਾਂ ਕੀ ਪੜ੍ਹਿਆ। ਤਾਂ ਦੇਖੋ ਜਿਹੜਾ ਤਾਂ ਹੈਗਾ ਡਿਪਟੀ ਚੇਅਰਮੈਨ ਦਾ ਟਨਿਓਰ ਇਹ ਹੈਗਾ 6 ਸਾਲ ਦਾ, ਪਰ ਜਿਹੜਾ ਹੈਗਾ ਚੇਅਰਮੈਨ ਆਫ ਰਾਜ ਸਭਾ ਦਾ ਉਹਨਾਂ ਦਾ ਹੈਗਾ 5 ਸਾਲ ਦਾ। ਅਤੇ ਜਿਹੜਾ ਆਪਣਾ ਹੈਗਾ ਇਹਦਾ ਬਾਕੀ ਟਨਿਓਰ 6 ਸਾਲ ਦਾ। ਇੱਥੋਂ ਤੱਕ ਕਲੀਅਰ ਆ। ਜਿਹੜਾ ਇਹਨਾਂ ਦਾ ਟਨਿਓਰ ਆ ਨਾ, ਇਹ ਮੈਂਬਰ ਦਾ ਹੈਗਾ ਰਾਜ ਸਭਾ ਦੇ ਦਾ, ਮੈਂਬਰ ਰਾਜ ਸਭਾ ਹੋਣ ਦਾ, ਅਤੇ ਉਹਨਾਂ ਦਾ ਜਿਹੜਾ 5 ਸਾਲ ਆ ਉਹ ਚੇਅਰਮੈਨ ਹੋਣ ਦਾ। ਤਾਂ ਆਹ ਤੁਹਾਨੂੰ ਪੁਆਇੰਟ ਨੇ ਜਿਹੜੇ ਰਾਜ ਸਭਾ ਦੇ ਬਾਰੇ ਆਪਾਂ ਬੇਸਿਕ ਪੁਆਇੰਟ ਨੇ ਜਿੰਨੇ ਇਹਨਾਂ ਦੇ ਬਾਰੇ ਗੱਲ ਕੀਤੀ ਆ। ਉਮੀਦ ਕਰਦੇ ਆ ਵੀ ਤੁਹਾਨੂੰ ਇਹ ਕਲੀਅਰ ਹੋ ਗਏ ਹੋਣਗੇ। ਬਾਕੀ ਜਿਹੜੇ ਆਪਣੇ ਪੰਜਾਬ ਦੇ ਨੇ, ਪੰਜਾਬ ਦੇ ਵਿੱਚੋਂ ਇੱਕ ਵਾਰੀ ਤੁਸੀਂ ਝਾਤ ਜ਼ਰੂਰ ਮਾਰ ਲਿਓ ਵੀ ਪੰਜਾਬ ਦੇ ਆਪਣੇ ਕਿਹੜੇ ਆ। ਵੈਸੇ ਨਾਮ ਤਾਂ PPSC ਦੇ ਵਿੱਚ ਆਉਂਦੇ ਨਹੀਂਗੇ, ਪਰ ਫਿਰ ਵੀ ਇੱਕ ਵਾਰ ਤੋਂ ਆਪਦੀ GK ਲਈ ਤੁਸੀਂ ਦੇਖ ਸਕਦੇ ਹੋ। ਬਾਕੀ ਆਪਾਂ ਦੇਖਦੇ ਇਹਦੇ ਨਾਲ ਇੱਕ ਰਿਲੇਟਡ ਆਪਣੇ ਸ਼ਡਿਊਲ, 4th ਸ਼ਡਿਊਲ, ਜਾਣੀ ਕਿ ਚੌਥੀ ਅਨੁਸੂਚੀ। ਤਾਂ ਚੌਥੀ ਅਨੁਸੂਚੀ ਆ ਜਿਹੜੀ ਉਹ ਆਪਣੀ ਕਿਹਦੇ ਨਾਲ ਰਿਲੇਟਡ ਆ, ਆਪਣੇ ਸੰਵਿਧਾਨ ਦੇ ਵਿੱਚ ਅਨੁਸੂਚੀਆਂ ਨੇ, ਤਾਂ ਉਹਨਾਂ ਦੇ ਵਿੱਚੋਂ ਇਹ ਕਰਦੀ ਹੈ ਐਲੋਕੇਸ਼ਨ ਆਫ ਸੀਟਸ ਰਾਜ ਸਭਾ ਦੀਆਂ ਸੀਟਾਂ ਦਾ ਬਟਵਾਰਾ। ਚੌਥਾ ਸ਼ਡਿਊਲ ਕਾਹਦੇ ਨਾਲ ਰਿਲੇਟਡ ਆ, ਕਿਉਂਕਿ ਸ਼ਡਿਊਲ ਪਟਵਾਰੀ ਦੇ ਐਗਜ਼ਾਮ ਦੇ ਵਿੱਚ ਔਰ ਆਪਣੇ ਸਬ ਇੰਸਪੈਕਟਰ ਦੇ ਐਗਜ਼ਾਮ ਦੇ ਵਿੱਚ ਸ਼ਡਿਊਲਸ ਨੂੰ ਲੈ ਕੇ ਕਾਫੀ ਕੁਐਸਚਨ ਆਏ ਸੀਗੇ।
ਇਹ ਰਾਜ ਸਭਾ ਦੀਆਂ ਸੀਟਾਂ ਦੀ ਵੰਡਦਾ ਸੀਟਸ ਨੂੰ। ਕਲੀਅਰ। ਤਾਂ 4th ਸ਼ਡਿਊਲ ਕਾਹਦੇ ਨਾਲ ਰਿਲੇਟਡ ਆ? ਇਹ ਰਾਜ ਸਭਾ ਦੀਆਂ ਜਿਹੜੀਆਂ ਸੀਟਾਂ ਨੇ ਉਹਨਾਂ ਨੂੰ ਵੰਡਦਾ। ਇੱਥੋਂ ਤੱਕ ਕਲੀਅਰ ਆ। ਬਾਕੀ ਜੇ ਆਪਾਂ ਹੁਣ ਦੇਖੀਏ ਇਹਦੇ ਨਾਲ ਆਪਾਂ ਮਿਲਾ ਕੇ ਦੇਖ ਲੈਂਦੇ ਹਾਂ ਥੋੜ੍ਹਾ ਜਿਹਾ USA ਨੂੰ। ਤਾਂ ਜਿਹੜਾ USA ਆ, USA ਦੇ ਵਿੱਚ ਹਰ ਸਟੇਟ ਨੂੰ ਇਕੁਅਲ ਪ੍ਰੈਜੈਂਟੇਸ਼ਨ ਆ ਉੱਥੇ ਸੈਨੇਟ 'ਚ, ਠੀਕ ਆ, ਮਤਲਬ ਕਿ ਬਰਾਬਰ ਆ ਉੱਥੇ USA ਦੇ ਵਿੱਚ ਸੈਨੇਟ ਸਭ ਨੂੰ। ਅਮਰੀਕਾ ਦੀ ਗੱਲ ਕਰਦੇ ਪਏ ਆਪਾਂ, ਤਾਂ ਸੈਨੇਟ ਦੇ ਵਿੱਚ ਬਰਾਬਰ ਆ, ਅਤੇ ਨਾ ਹੀ ਉੱਥੇ ਮਤਲਬ ਬਰਾਬਰ ਰੱਖੇ ਗਏ ਨੇ, ਜਨਸੰਖਿਆ ਦੇ ਬੇਸ ਨਹੀਂ ਹੈਗਾ ਉੱਥੇ ਕੰਮ, ਜਨਸੰਖਿਆ ਆਧਾਰ ਨਹੀਂ ਹੈਗਾ। ਓਕੇ, ਤਾਂ ਕਰਕੇ ਉੱਥੇ USA ਦੇ ਵਿੱਚ ਕਿੰਨੀਆਂ ਸਟੇਟਸ ਨੇ? USA ਦੇ ਵਿੱਚ 50 ਸਟੇਟਸ ਨੇ, ਤਾਂ ਇੱਕ ਸਟੇਟ ਦੇ ਵਿੱਚੋਂ 2 ਆਉਂਦੇ ਨੇ, ਤਾਂ 50 ਮੈਂਬਰ, ਤਾਂ ਹਰ ਸਟੇਟ ਦੇ ਵਿੱਚੋਂ ਉੱਥੇ 2 ਆਉਣਗੇ। ਆਹ ਕਲੀਅਰ ਆ। ਬਸ ਤੁਸੀਂ ਇਹ ਤਾਂ ਤੁਹਾਨੂੰ ਮੈਂ USA ਦੇ ਨਾਲ ਤਾਂ ਮਿਲਾ ਕੇ ਥੋੜ੍ਹਾ ਜਿਹਾ ਫੈਕਟ ਦੱਸਿਆ, ਪਰ ਤੁਸੀਂ ਇਹ ਧਿਆਨ ਦੇ ਵਿੱਚ ਰੱਖਣਾ ਵੀ ਜਿਹੜਾ 4th ਸ਼ਡਿਊਲ ਆ ਉਹ ਆਪਣਾ ਰਾਜ ਸਭਾ ਦੀਆਂ ਸੀਟਾਂ ਨੂੰ ਲੈ ਕੇ ਕਰਦਾ। ਤਾਂ ਹੁਣ ਆਪਾਂ ਗੱਲ ਕਰਦੇ ਹਾਂ UT ਦੇ ਵਿੱਚੋਂ। ਆਪਣੇ ਦੇਸ਼ ਦੇ ਵਿੱਚ ਜਿਹੜੀਆਂ UTs ਨੇ ਉਹ 9 ਨੇ, ਠੀਕ ਆ। ਤਾਂ ਹੁਣ ਜਿਹੜੀਆਂ UT ਨੇ ਇਹਨਾਂ ਦੇ ਵਿੱਚ ਸਿਸਟਮ ਤਾਂ ਉਹੀ ਹੁੰਦਾ, ਪਰ ਆਪਣੇ 9 UT ਦੇ ਵਿੱਚੋਂ 3 UT ਹੀ ਨੇ ਜਿਨ੍ਹਾਂ ਦੇ ਵਿੱਚੋਂ ਰਾਜ ਸਭਾ ਦੇ ਮੈਂਬਰ ਨੇ। ਬਸ ਇਹਦੇ ਤੁਸੀਂ ਨਾਮ ਯਾਦ ਰੱਖਿਓ, ਇੱਕ ਦਾ ਹੈ ਪੁਡੁਚੇਰੀ ਔਰ ਜੰਮੂ ਕਸ਼ਮੀਰ, ਠੀਕ ਆ। ਬਾਕੀਆਂ ਦੀ ਪਾਪੂਲੇਸ਼ਨ ਘੱਟ ਆ, ਤਾਂ ਕਰਕੇ ਉਹਨਾਂ ਦੇ ਵਿੱਚੋਂ ਰਾਜ ਸਭਾ ਦੇ ਵਿੱਚ ਕੋਈ ਵੀ ਹੈ ਨਹੀਂ। ਔਰ ਬਾਕੀ ਆਪਣੇ ਜਿਹੜੇ ਨੋਮੀਨੇਟਡ ਮੈਂਬਰ ਨੇ ਇਹਦੇ 'ਚ ਰਾਸ਼ਟਰਪਤੀ ਨੋਮੀਨੇਟ ਕਰਦੇ ਨੇ। ਕਿੰਨੇ ਬੰਦੇ ਕਰਦੇ ਆ ਰਾਸ਼ਟਰਪਤੀ? 12 ਬੰਦੇ ਕੀਤੇ ਜਾਂਦੇ ਆ ਸੈਨੇਟ ਜੀ ਦੁਆਰਾ। ਕਲੀਅਰ। ਤਾਂ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਅਤੇ ਜਿਹੜਾ USA ਦਾ ਸੈਨੇਟ ਆ ਨਾ, ਤਾਂ ਉਹਦੇ 'ਚ ਨਹੀਂ ਕੀਤੇ ਜਾਂਦੇ, ਠੀਕ ਆ। ਤਾਂ ਇਹ ਇਹਨਾਂ ਦੇ ਬਾਰੇ ਬੇਸਿਕ ਪੁਆਇੰਟ ਨੇ। ਬਾਕੀ ਹੁਣ ਆਪਾਂ ਗੱਲ ਕਰਾਂਗੇ ਵੀ ਇਹਦੇ 'ਚ ਜਿਹੜੀਆਂ ਸੀਟਸ ਨੇ ਵੀ ਉਹ ਕਦੋਂ ਸੀਟਾਂ ਨੇ ਜਿਹੜੀਆਂ ਉਹ ਖਾਲੀ ਹੁੰਦੀਆਂ ਨੇ। ਤਾਂ ਇਹਦੇ ਬਾਰੇ ਹੁਣ ਆਪਾਂ ਪੁਆਇੰਟ ਗੱਲ ਕਰਾਂਗੇ। ਠੀਕ ਆ। ਤਾਂ ਵੀ ਕਦੋਂ ਕਿੰਨੇ ਪੁਆਇੰਟ ਨੇ? ਜੇ ਤਾਂ ਕਿਸੇ ਕੋਲੇ ਡਬਲ ਮੈਂਬਰਸ਼ਿਪ ਆ ਗਈ, ਠੀਕ ਆ, ਤਾਂ ਉਦੋਂ ਵੀ ਜਿਹੜੀਆਂ ਆਪਣੀਆਂ ਇਹਦੀਆਂ ਸੀਟਸ ਨੇ ਉਹ ਖਾਲੀ ਹੋਣਗੀਆਂ। ਜਿਵੇਂ ਕਿ ਕਿਸੇ ਨੇ ਡਬਲ ਮੈਂਬਰਸ਼ਿਪ ਲੈ ਲਈ, ਦੂਰੀ ਮੈਂਬਰਸ਼ਿਪ ਦਾ ਮਤਲਬ ਕੀ ਹੈ? ਨਾਲੇ ਤਾਂ ਲੋਕ ਸਭਾ ਦੇ ਵਿੱਚ ਆ, ਨਾਲੇ ਹੀ ਉਹ ਸਭਾ ਦੇ ਵਿੱਚ ਆ। ਤਾਂ 2 ਸਾਲਾਂ ਦੀ ਮੈਂਬਰਸ਼ਿਪ ਆਪਣੇ ਨਹੀਂ ਰੱਖੀ ਜਾ ਸਕਦੀ। ਜਾਂ ਤਾਂ ਉਹ ਫਿਰ ਇੱਕ ਰਾਜ ਸਭਾ ਦੀ ਰੱਖੂਗਾ ਜਾਂ ਫਿਰ ਮੈਂਬਰਸ਼ਿਪ ਰੱਖੂਗਾ। ਤਾਂ ਇਹਨਾਂ ਦਾ ਡਿਸਾਈਡ ਕਰਨ ਦੇ ਲਈ ਉਹਦੇ ਕੋਲੇ ਸਮਾਂ ਹੁੰਦਾ 10 ਡੇਜ਼ ਦਾ, 10 ਦਿਨ ਦਾ ਸਮਾਂ ਹੁੰਦਾ। ਉਹਦੇ 'ਚ ਉਹਨਾਂ ਨੇ ਦੱਸਣੀ ਹੁੰਦੀ ਆ, ਅਤੇ ਜੇ ਫਿਰ ਨਹੀਂ ਦੱਸਦਾ ਤਾਂ ਰਾਜ ਸਭਾ ਦੀ ਸੀਟ ਆਟੋਮੈਟਿਕਲੀ ਜਿਹੜੀ ਕੈਂਸਲ ਆ ਉਹ ਕਰ ਦਿੱਤੀ ਜਾਂਦੀ ਆ, ਤਾਂ ਲੋਕ ਸਭਾ ਦੇ ਵਿੱਚ ਰੱਖੂਗਾ। ਇੱਥੋਂ ਤੱਕ ਕਲੀਅਰ ਆ। ਬਾਕੀ ਜੇ ਪਹਿਲੇ ਹਾਊਸ ਦੇ ਵਿੱਚ ਉਹ ਬੈਠਦਾ ਅਤੇ ਦੂਸਰੇ 'ਚ ਚੁਣਿਆ ਜਾਂਦਾ ਤਾਂ ਪਹਿਲੀ ਖਤਮ ਹੋ ਜਾਂਦੀ ਆ। ਜੇ ਇੱਕ ਪਰਸਨ ਹਾਊਸ 'ਚ 2 ਸੀਟਾਂ ਤੋਂ ਚੁਣਿਆ ਜਾਂਦਾ ਤਾਂ ਉਹਨੂੰ ਇੱਕ ਰੱਖਣੀ ਪੈਂਦੀ ਆ। ਤਾਂ ਆਹ ਤਾਂ ਇੱਕ ਹੋ ਗਿਆ ਇਹਦੇ ਮਤਲਬ ਮੈਂਬਰਸ਼ਿਪ ਨੂੰ ਲੈ ਕੇ। ਬਾਕੀ ਜੇ ਆਪਾਂ ਦੇਖੀਏ ਵੀ ਇਹਦੀਆਂ ਜਿਹੜੀਆਂ ਡਿਸਕੁਆਲੀਫਿਕੇਸ਼ਨ ਤਾਂ ਉਹ ਕਾਹਦੇ ਨੇ, ਉਹ ਆਪਾਂ ਪਹਿਲਾਂ ਵੀ ਗੱਲ ਕਰੀ ਸੀ। ਆਪਣਾ ਜਿਹੜਾ ਟੈਕਸ ਸ਼ਡਿਊਲ 10ਵੀਂ ਅਨੁਸੂਚੀ ਆ, ਤਾਂ ਇਹਦੇ 'ਚ ਨੇ, ਤਾਂ ਇਹਦੇ 'ਚ ਹੀ ਆਪਣਾ ਕੀ ਆ? ਐਂਟੀ ਡਿਫੈਕਸ਼ਨ ਲਾਅ। ਐਂਟੀ ਡਿਫੈਕਸ਼ਨ ਲਾਅ ਕੀ ਆ? ਵੀ ਜਦੋਂ 2/3 ਮੈਂਬਰ ਜਾਂਦੇ ਫਿਰ ਨਹੀਂ, ਉਹ ਮੈਂਬਰ ਜਾਂਦੇ ਆ ਤਾਂ ਉਹਨਾਂ 'ਤੇ ਐਂਟੀ ਡਿਫੈਕਸ਼ਨ ਲਾਅ ਲੱਗਦਾ ਗਾ। ਅਤੇ ਬਾਕੀ ਹੋਰ ਇਹਦੇ 'ਚ ਕੀ ਆ? ਅਸਤੀਫਾ ਦਿੱਤਾ ਜਾ ਸਕਦਾ। ਜਿਹੜੇ ਪਦ ਆ ਉਹ ਖਾਲੀ ਹੋ ਸਕਦਾ। ਜਿਵੇਂ ਕਿ ਆਪਣੇ ਅਸਤੀਫਾ ਇਹ ਦਿੰਦੇ ਆ, ਤਾਂ ਜਿਹੜੇ ਰਾਜ ਸਭਾ ਦੇ ਵਿੱਚ ਦਿੰਦੇ ਆ ਤਾਂ ਉਹ ਇਹ ਕਿਹਨੂੰ ਦੇਣਗੇ? ਚੇਅਰਮੈਨ ਨੂੰ। ਜੇ ਲੋਕ ਸਭਾ ਵਾਲਾ ਗਾ ਉਹ ਹੋਊਗਾ ਸਪੀਕਰ। ਇਹਨਾਂ ਦੀ ਮਰਜ਼ੀ ਆ ਵੀ ਜੇ ਪੁਆਇੰਟ ਇਹਨਾਂ ਨੂੰ ਜਿਹਨੂੰ ਮਤਲਬ ਐਕਸੈਪਟ ਕਰਨਾ ਜਾਂ ਕਰਨਾ, ਤਾਂ ਉਹ ਇਹਨਾਂ ਦੀ ਮਰਜ਼ੀ ਹੁੰਦੀ ਹੈ ਇੱਥੇ। ਕਲੀਅਰ। ਤਾਂ ਬਾਕੀ ਐਬਸੈਂਸ, ਜੇ ਮਤਲਬ ਕਿ ਗੈਰ ਹਾਜ਼ਰ ਰਹਿੰਦੇ, ਇਹ ਐਬਸੈਂਸੀ ਹੁੰਦੀ ਹੈ ਨਾ, ਇਹ ਗੈਰ ਹਾਜ਼ਰ ਰਹਿੰਦੇ ਨੇ ਤਕਰੀਬਨ ਲਗਾਤਾਰ 60 2 ਮਹੀਨਿਆਂ ਦੇ ਲਗਾਤਾਰ ਰਹਿੰਦੇ ਨੇ ਬਿਨਾਂ ਪਰਮਿਸ਼ਨ, ਤਾਂ ਵੀ ਇਹਨਾਂ ਦੀ ਜਿਹੜੀ ਉਹ ਖਤਮ ਕਰ ਦਿੱਤੀ। ਬਾਕੀ ਹੋਰ ਇਹਦੇ 'ਚ ਕੇਸ ਹੁੰਦਾ ਵੀ ਜਿੱਥੋਂ ਇਹ ਚੁਣਿਆ ਗਿਆ ਉੱਥੇ ਜਿਹੜੀਆਂ ਵੋਟਾਂ ਨੇ ਉਹ ਵਾਇਡ ਡਿਕਲੇਅਰ ਕੀਤੀਆਂ ਜਾਣ। ਵਾਇਡ ਘੋਸ਼ਿਤ ਕਰਦੇ ਉੱਥੋਂ ਦੀ ਹਾਈ ਕੋਰਟ। ਇਹ ਹਾਈ ਕੋਰਟ ਕਿਉਂਕਿ ਆਪਣਾ ਜਿਹੜਾ ਰੀਪ੍ਰੈਜੈਂਟੇਸ਼ਨ ਐਕਟ ਆ ਨਾ 1951 ਦਾ, ਉਹ ਹਾਈ ਕੋਰਟ ਨੂੰ ਪਾਵਰ ਦਿੰਦਾ ਵੀ ਜੇ ਕੋਈ ਅਯੋਗ ਬੰਦਾ ਚੁਣਿਆ ਜਾਵੇ ਤਾਂ ਵੋਟਾਂ ਵਾਇਡ ਉੱਥੋਂ ਕੀਤੀਆਂ ਜਾ ਸਕਦੀਆਂ ਨੇ। ਪਰ ਇਹਨੂੰ ਅਪੀਲ ਕੀਤਾ ਜਾ ਸਕਦਾ, ਇਹਨੂੰ ਅਪੀਲ ਕੀਤਾ ਜਾ ਸਕਦਾ। ਇੱਥੋਂ ਤੱਕ ਇਹ ਪੁਆਇੰਟ ਕਲੀਅਰ ਨੇ ਤੁਹਾਨੂੰ?
ਤਾਂ ਅੱਗੇ ਆਪਾਂ ਹੁਣ ਗੱਲ ਕਰਦੇ ਹਾਂ ਵੀ ਇਹਨਾਂ ਦੇ ਵਿੱਚੋਂ ਕਿਹੜਾ ਹਾਊਸ ਆ ਜਿਹੜਾ ਉਹ ਪਾਵਰਫੁੱਲ ਜ਼ਿਆਦੇ ਆ। ਇਹਨਾਂ ਦੇ ਵਿੱਚੋਂ ਕਿਹੜਾ ਹਾਊਸ ਆ ਜਿਹੜਾ ਪਾਵਰਫੁੱਲ ਆ? ਤਾਂ ਜਿਹੜੇ ਪਾਵਰਫੁੱਲ ਹਾਊਸ ਆ ਉਹ ਲੋਕ ਸਭਾ ਗਈ ਜ਼ਿਆਦਾ ਪਾਵਰਫੁੱਲ। ਇਹਨੂੰ ਤਾਂ ਆਪਾਂ ਰਾਜ ਸਭਾ ਨੂੰ ਤਾਂ ਆਪਾਂ ਪਹਿਲਾਂ ਹੀ ਵੀਕ ਹਾਊਸ ਕਿਹਾ। ਤਾਂ ਇਹਦੇ 'ਚ ਕਿਉਂ ਆ? ਕਿਉਂਕਿ ਜਿਹੜੀ ਲੋਕ ਸਭਾ ਕਿਹੜੇ ਕਿਹੜੇ ਮਾਮਲਿਆਂ ਨੂੰ ਲੈ ਕੇ ਮਜ਼ਬੂਤ ਹੁੰਦੀ ਆ? ਮਨੀ ਬਿੱਲ ਡਿਸਾਈਡ ਕੀਤਾ ਜਾਂਦਾ ਲੋਕ ਸਭਾ ਦੇ ਦੁਆਰਾ, ਤੇ ਇੱਕ ਜੁਆਇੰਟ ਸੈਸ਼ਨ ਬੁਲਾਇਆ ਜਾਂਦਾ ਸਪੀਕਰ ਦੁਆਰਾ, ਠੀਕ ਹੈ, ਵੀ ਮਜ਼ਬੂਤ ਲੋਕ ਸਭਾ। ਤਾਂ ਬਜਟ ਆ ਜਿਹੜਾ ਇੱਧਰ ਮਜ਼ਬੂਤ, ਤੇ ਜਿਹੜੀ ਆਪਣੀ ਮੌਜੂਦਾ ਹੁੰਦੀ ਆ ਦੇ ਵਿੱਚ। ਬਾਕੀ ਵੀ ਪਾਰਲੀਮੈਂਟਰੀ ਸਿਸਟਮ ਹੋਊਗਾ ਕਿਸੇ ਵੀ ਸਟੇਟ ਦੇ ਵਿੱਚ ਜਾਂ ਕੰਟਰੀ ਦੇ ਵਿੱਚ, ਪਾਰਲੀਮੈਂਟਰੀ ਸਿਸਟਮ ਆ, ਉੱਥੇ ਸਰਕਾਰ ਦਾ ਬਣਨਾ ਜਾਂ ਚੁਣ ਕੇ ਰਹਿਣਾ ਜਾਂ ਗਿਰਨਾ ਇਹ ਲੋਕ ਸਭਾ ਦੀ ਮੈਜੋਰਟੀ ਡਿਪੈਂਡ ਕਰਦਾ, ਠੀਕ ਆ। ਤਾਂ ਲੋਕ ਸਭਾ ਦਾ ਇੱਥੇ ਜਿਹੜਾ ਹੈਗਾ ਜ਼ਰੂਰੀ ਹੋ ਜਾਂਦਾ, ਤਾਂ ਕਰਕੇ ਆਪਣੇ ਇਹ ਜ਼ਰੂਰੀ ਆ। ਤਾਂ ਹੁਣ ਆਪਾਂ ਦੇਖਦੇ ਵੀ ਮਨੀ ਬਿੱਲ ਆ ਜਿਹੜਾ, ਮਨੀ ਬਿੱਲ ਨੂੰ ਲੈ ਕੇ ਕਿਵੇਂ ਮਜ਼ਬੂਤ ਆ। ਜਿਹੜਾ ਆਪਣੇ ਮਨੀ ਬਿੱਲ ਆ, ਮਨੀ ਬਿੱਲ ਇਹ ਸਿਰਫ ਇੰਟਰੋਡਿਊਸ ਕਿੱਥੇ ਕੀਤਾ ਜਾਂਦਾ? ਇੰਟਰੋਡਿਊਸ ਲੋਕ ਸਭਾ। ਇੰਟਰੋਡਿਊਸ ਕਾਹਦੇ 'ਚ ਕੀਤਾ ਜਾਂਦਾ? ਮਤਲਬ ਸਿਫਾਰਸ਼ ਆਉਂਦੀ ਆ ਪ੍ਰੈਜ਼ੀਡੈਂਟ ਦੀ, ਸਿਫਾਰਸ਼ ਲੋਕ ਸਭਾ ਦੇ ਵਿੱਚ, ਕਲੀਅਰ। ਬਾਕੀ ਜਿਹੜੀ ਇਹ ਡਿਸਾਈਡ ਕਰਨਾ, ਠੀਕ ਆ, ਇਹ ਡਿਸਾਈਡ ਕਰਨਾ ਜਦੋਂ ਵੀ ਆਪਾਂ ਇਹ ਹੈਗਾ ਮਨੀ ਬਿੱਲ ਜਾਂ ਨਹੀਂ, ਇਹਦੀ ਲੋਕ ਸਭਾ ਦੇ ਸਪੀਕਰ ਕੋਲ ਆ ਵੀ ਮਨੀ ਬਿੱਲ ਹੋਊਗਾ ਜਾਂ ਨਹੀਂ ਹੋਊਗਾ। ਬਾਕੀ ਜਿਹੜੀ ਰਾਜ ਸਭਾ ਇਹ ਇਹਨੂੰ ਸਿਰਫ ਹੋਲਡ ਕਰ ਸਕਦੀ ਆ, 40 ਡੇਜ਼ ਕਰ ਸਕਦੀ ਆ, ਜਿਹੜੇ 14 ਦਿਨ ਤੱਕ ਰੋਕ ਕੇ ਰੱਖਦੀ ਆ, ਉਦੋਂ ਬਾਅਦ ਵੀ ਇਹ ਆਪਣੇ ਆਪ ਹੀ ਪਾਸ ਹੋ ਜਾਂਦਾ। ਤਾਂ ਮਨੀ ਬਿੱਲ ਆਪਣਾ ਆਰਟੀਕਲ 110 ਦੇ ਵਿੱਚ ਜਿਹੜੀ ਵਾਲੀ ਇਹ ਲਾਂਚ ਆ। ਇੱਥੋਂ ਤੱਕ ਕਲੀਅਰ ਆ। ਤਾਂ ਹੁਣ ਆਪਾਂ ਪਹਿਲਾਂ ਇੱਕ ਦੇ ਉੱਤੇ ਜੁਆਇੰਟ ਸੈਸ਼ਨ ਦਾ, ਤਾਂ ਹੁਣ ਆਪਾਂ ਬਾਰੇ ਗੱਲ ਕਰੀਏ ਜੇ ਜੁਆਇੰਟ ਸੈਸ਼ਨ, ਇਹਦਾ ਹੈੱਡ ਹੁੰਦਾ, ਆਪਾਂ ਪਹਿਲਾਂ ਹੀ ਕਿਹਾ ਹੈੱਡ ਹੁੰਦਾ ਇੱਕ, ਤਾਂ ਇੱਥੇ ਵੀ ਮਜ਼ਬੂਤ ਇਹਨਾਂ ਦੀ। ਤਾਂ ਬਾਕੀ ਜਿਹੜੇ ਆਰਡੀਨਰੀ ਬਿੱਲ ਹੁੰਦੇ ਆ, equal authority and if create only conflict then ਲੋਕ ਸਭਾ ਸਪੀਕਰ ਕਾਲਡ ਹੈ ਜੁਆਇੰਟ ਸੈਸ਼ਨ। ਆਰਡੀਨਰੀ ਬਿੱਲ ਹੁੰਦੇ ਆ, ਇਹਨਾਂ ਨੂੰ ਲੈ ਕੇ ਦੋਨਾਂ ਦੇ ਵਿੱਚ ਬਰਾਬਰੀ ਰਾਈਟ ਹੁੰਦੇ, ਪਰ ਜੇ ਕਨਫਲਿਕਟ ਆਉਂਦਾ, then ਲੋਕ ਸਭਾ ਦੇ ਸਪੀਕਰ ਕੋਲ ਅਥਾਰਟੀ ਹੁੰਦੀ ਆ ਕਿ ਉਹ ਕੀ ਇਹਨੂੰ ਤਾਂ ਉਹ ਜੁਆਇੰਟ ਸੈਸ਼ਨ ਲੈ ਕੇ ਆ ਸਕਦੇ ਆ, ਠੀਕ ਆ। ਆਰਟੀਕਲ 100 ਜਾਂਦੀ ਹੈ ਜਦੋਂ ਫਿਰ ਆਪਦੀ ਵੋਟ ਪਾਉਂਦੇ ਆ, ਉਹਨੂੰ ਕਹਿੰਦੇ ਆ ਕਾਸਟਿੰਗ ਵੋਟ ਕਰਦੇ ਆ। ਇੱਥੋਂ ਤੱਕ ਪੁਆਇੰਟ ਕਲੀਅਰ ਨੇ। ਤਾਂ ਬੜਾ ਈਜ਼ੀਲੀ ਮੈਂ ਤੁਹਾਨੂੰ ਸਲੋ ਤਰੀਕੇ ਨਾਲ ਸਮਝਾ ਰਿਹਾ, ਬੜਾ ਆਸਾਨ ਸ਼ਬਦਾਂ ਦੇ ਵਿੱਚ ਵੀ ਮਤਲਬ ਕਿ ਇਹਨਾਂ ਦੇ ਵਿੱਚ ਕੀ ਗੱਲਬਾਤ ਚੱਲਦੀ ਪਈ ਆ। ਹੁਣ ਜੇ ਗੱਲ ਬਜਟ ਦੀ, ਤਾਂ ਹੁਣ ਜਿਹੜਾ ਬਜਟ ਆ ਇਹ ਪਾਸ ਕੀਤਾ ਜਾਂਦਾ ਬਾਈ ਲੋਕ ਸਭਾ ਰਾਜ ਸਭਾ ਬੋਥ ਹਾਊਸ। ਪਾਸ ਤਾਂ ਇਹ ਕੀਤਾ ਜਾਂਦਾ ਬੋਥ ਹਾਊਸ, ਪਾਸ ਬੋਥ ਹਾਊਸ ਲੋਕ ਸਭਾ ਰਾਜ ਸਭਾ। ਤਾਂ ਫਿਰ ਇਹਦੇ 'ਚ ਕੀ ਹੁੰਦਾ, ਚੱਕਰ ਕੀ ਪੈਂਦਾ? ਪਰ ਜਿਹੜਾ ਇਹਦੇ 'ਚ ਵੋਟਿੰਗ ਹੁੰਦੀ ਆ ਉਹ ਸਿਰਫ ਲੋਕ ਸਭਾ ਦੇ ਵਿੱਚ ਹੁੰਦੀ ਆ, ਤੇ ਇਹਨੂੰ ਇੰਟਰੋਡਿਊਸ ਕੌਣ ਕਰਦੀ ਆ? ਆਪਣੀ ਫਾਈਨਾਂਸ ਮਿਨਿਸਟਰੀ, ਠੀਕ ਆ। ਇੱਥੋਂ ਤੱਕ ਕਲੀਅਰ ਆ। ਹੁਣ ਆਪਾਂ ਇੱਕ ਪੁਆਇੰਟ ਇਹਦਾ ਦੇਖਿਆ ਸੀ ਮੈਜੋਰਟੀ ਦੇ ਬਾਰੇ, ਵੀ ਮੈਜੋਰਟੀ ਦੇ ਵਿੱਚ ਕੀ ਆ। ਤਾਂ ਦੇਖੋ ਇਨ ਐਨੀ ਕੰਟਰੀ ਜਿੱਥੇ ਪਾਰਲੀਮੈਂਟਰੀ ਸਿਸਟਮ ਹੋਵੇ, ਤਾਂ ਜਿਹੜੀ ਗਵਰਨਮੈਂਟ ਆ, ਗਵਰਨਮੈਂਟ ਡਿਪੈਂਡ ਕਰਦੀ ਮੈਜੋਰਟੀ ਆਫ, ਆਪਾਂ ਪਹਿਲਾਂ ਹੀ ਪੁਆਇੰਟ ਤੁਹਾਨੂੰ ਦੱਸ ਕੇ ਲੋਕ ਸਭਾ। ਤਾਂ ਲੋਕ ਸਭਾ ਦੇ ਵਿੱਚ ਜਿਹੜੀ ਇਹਦੀ ਮੈਜੋਰਟੀ ਰਹੂਗੀ ਤਾਂ ਉੱਥੇ ਸਰਕਾਰ ਉਹਨਾਂ ਦੀ ਹੀ ਰਹੂਗੀ। ਤਾਂ ਆਪਣੇ ਲੋਕ ਸਭਾ ਦੇ ਨਾਲ ਜੇ ਲੋਕ ਸਭਾ ਦੇ ਵਿੱਚ ਮੈਜੋਰਟੀ ਟੁੱਟ ਗਈ, ਦੈਨ ਸਰਕਾਰ ਆ ਜਿਹੜੀ ਉਹ ਗਿਰ ਜੂਗੀ। ਤਾਂ ਹੁਣ ਜੇ ਆਪਾਂ ਗੱਲ ਕਰੀਏ ਤਾਂ ਆਪਾਂ ਦੇਖਿਆ ਵੀ ਜਿਹੜੀ ਆਪਣੀ ਲੋਕ ਸਭਾ ਗਈ ਉਹ ਕਿਵੇਂ ਪਾਵਰਫੁੱਲ ਆ। ਤਾਂ ਹੁਣ ਆਪਾਂ ਦੇਖ ਲੈਂਦੇ ਹਾਂ ਵੀ ਕਿਵੇਂ ਆਪਣੀ ਜਿਹੜੀ ਗਈ ਇਹ ਪਾਵਰਫੁੱਲ ਆ। ਤਾਂ ਰਾਜ ਸਭਾ ਕਿਵੇਂ ਪਾਵਰਫੁੱਲ ਆ? ਇਹਦੇ ਕੋਲੇ ਆਪਣੇ ਬਸ ਕੁਛ ਕੁ ਗੱਲਾਂ ਨੇ ਜਿਨ੍ਹਾਂ 'ਚ ਲੈ ਕੇ ਇਹਨੂੰ ਸਪੈਸ਼ਲ ਰਾਈਟ ਨੇ, ਜਿਵੇਂ ਕਿ 312 ਔਰ ਇੱਕ ਆਰਟੀਕਲ ਨੰਬਰ ਆ 249। ਤਾਂ ਜਿਹੜਾ ਆਰਟੀਕਲ 312 ਗਾ ਇਹ ਕਹਿੰਦਾ ਗਾ ਵੀ ਜੇ ਕੋਈ ਵੀ ਆਲ ਇੰਡੀਆ ਬਣਾਈ ਆ, ਠੀਕ ਆ, ਇਹ ਬਣਾਉਂਦੀ ਤਾਂ ਪਾਰਲੀਮੈਂਟ ਆ, ਠੀਕ ਆ। ਰਿਕਮੈਂਡੇਸ਼ਨ ਚਾਹੀਦੀਆਂ ਨੇ ਰਾਜ ਸਭਾ ਦੀਆਂ ਬਣਾਉਣ ਦੀ, ਜਿਵੇਂ ਕਿ ਆਪਣੀ ਆਲ ਇੰਡੀਆ ਰੈਂਕ ਦੀ ਸਰਵਿਸ ਹੁੰਦੀ ਹੈ, ਜਿਵੇਂ ਕਿ IPS UPSC ਦੀਆਂ ਪੋਸਟਾਂ ਨੇ ਜਿਵੇਂ, ਤਾਂ ਇਹ ਬਣਾਉਣ ਦੀ ਕੌਣ ਆ? ਸੰਸਦ ਆ,
ਪਰ ਇਹਦੇ 'ਚ ਇਹ ਰਿਕਮੈਂਡ ਕਿਹਦੇ ਦੁਆਰਾ ਕੀਤੀ ਜਾਂਦੀ ਹੈ? ਸਿਫਾਰਿਸ਼ ਕੀਤੀ ਜਾਂਦੀ ਹੈ ਸਿਰਫ ਆਪਣੀ ਰਾਜ ਸਭਾ ਦੇ ਦੁਆਰਾ। ਜਿਵੇਂ ਕਿ IAS, ਜਿਵੇਂ ਕਿ ਇਹਦੇ 'ਚ ਆਪਣੀਆਂ ਆ ਜਾਂਦੀਆਂ ਕਿਹੜੀਆਂ? IAS ਮਿਨਿਸਟਰੀ ਦੇ ਅਧੀਨ ਹੁੰਦੇ ਆ ਨਾ, ਪਰਸੋਨਲ ਮਿਨਿਸਟਰੀ ਹੋ ਗਈ, IPS ਹੋ ਗਏ, ਤੇ ਇਹ ਆਪਣੇ ਹੋਮ ਮਿਨਿਸਟਰੀ ਦੇ ਅਧੀਨ ਹੁੰਦੇ ਆ। ਔਰ ਇੱਕ IFS ਹੁੰਦੇ ਨੇ, ਸਿਆੜ ਦੇ ਵਿੱਚ ਐਡ ਕਰਦੇ ਸੀ ਆਪਾਂ। ਇੱਥੋਂ ਤੱਕ ਕਲੀਅਰ ਆ? 312 ਨੂੰ ਲੈ ਕੇ ਆਪਣੀ ਇਹ ਕਿਵੇਂ ਮਜ਼ਬੂਤ ਆ। ਤਾਂ ਇੱਕ ਆਪਾਂ ਆਰਟੀਕਲ ਗੱਲ ਕਰਦੇ ਹਾਂ 249 ਦੀ, ਤਾਂ ਮੇਕਿੰਗ ਆਫ ਲਾਅ ਬਾਈ ਪਾਰਲੀਮੈਂਟ ਔਨ ਮੈਟਰ ਆਫ ਐਨੀ ਸਟੇਟ ਲਿਸਟ। ਮਤਲਬ ਇਹਦੇ 'ਚ ਕੀ ਆ, ਜੇ ਕਿਸੇ ਵੀ ਸਟੇਟ ਲਿਸਟ ਦਾ ਮੈਟਰ ਆ ਤਾਂ ਉਹਦੇ 'ਤੇ ਲਾਅ ਬਣਾਏ ਜਾ ਸਕਦੇ ਨੇ। ਸਟੇਟ ਲਿਸਟ ਰਿਕਮੈਂਡੇਸ਼ਨ ਆਫ ਰਾਜ ਸਭਾ, ਤਾਂ ਸਟੇਟ ਲਿਸਟ ਦੇ ਉੱਤੇ ਕੋਈ ਵੀ ਲਾਅ ਬਣਾਇਆ ਜਾ ਸਕਦਾ। ਤਾਂ ਇੱਥੇ ਵੀ ਜਿਹੜੀ ਇਹ ਚੱਲ ਰਹੀ ਆ ਰਾਜ ਸਭਾ ਦੀ, ਕਲੀਅਰ ਆ? ਤਾਂ ਇੱਕ ਆਪਣਾ ਸ਼ਡਿਊਲ ਇਹ ਕਿਹਦੇ 'ਚ ਨੇ? ਆਪਣੀਆਂ ਜਿਹੜੀਆਂ ਲਿਸਟਾਂ ਆਈਆਂ ਨੇ ਇਹ ਆਪਣੀਆਂ 7ਵੇਂ ਸ਼ਡਿਊਲ ਦੇ ਵਿੱਚ ਨੇ। ਤਾਂ ਦੇਖੋ, ਚੌਥਾ ਸ਼ਡਿਊਲ ਰਾਜ ਸਭਾ ਦੀਆਂ ਸੀਟਾਂ ਦੀ ਵੰਡ ਕਰਦਾ। 10ਵੇਂ ਸ਼ਡਿਊਲ ਦੇ ਵਿੱਚ ਐਂਟੀ ਡਿਫੈਕਟਨ ਲਾਅ ਆ। ਔਰ 7ਵਾਂ ਸ਼ਡਿਊਲ ਆ ਜਿਹਦੀ ਆਪਾਂ ਗੱਲ ਕਰਦੇ ਹਾਂ, ਇਹਦੇ 'ਚ ਆਪਣੀਆਂ ਲਿਸਟਾਂ ਨੇ। ਤਾਂ ਪਹਿਲੀ ਲਿਸਟ ਕਿਹੜੀ ਆ? ਯੂਨੀਅਨ ਲਿਸਟ। ਔਰ ਇਸ ਤੋਂ ਬਾਅਦ ਸਟੇਟ ਲਿਸਟ ਆ, ਫਿਰ ਆਪਣੀ ਕੌਨਕਰੰਟ ਲਿਸਟ ਆ। ਇੱਥੋਂ ਤੱਕ ਕਲੀਅਰ ਆ? ਤਾਂ ਜਿੰਨੇ ਇਹਨਾਂ ਦੇ ਬੇਸਿਕ ਪੁਆਇੰਟ ਸੀਗੇ ਇਹ ਆਪਾਂ ਕਲੀਅਰ ਕਰ ਲਏ ਰਾਜ ਸਭਾ ਦੇ ਬਾਰੇ। ਤਾਂ ਹੁਣ ਇਹ ਤੋਂ ਬਾਅਦ ਆਪਣਾ ਇਹ ਰਹਿ ਗਿਆ ਵੀ ਉੱਥੋਂ ਜਿਹੜੇ ਬਿੱਲ ਨੇ ਉਹ ਕਿਵੇਂ ਪਾਸ ਹੁੰਦੇ ਆ। ਆਰਡੀਨਰੀ ਬਿੱਲ ਕਿਹੜੇ, ਸੈਕੰਡਰੀ ਰੀਡਿੰਗ ਹੁੰਦੀ ਆ, ਥਰਡ ਰੀਡਿੰਗ ਦੇ ਵਿੱਚ ਕੀ ਹੁੰਦਾ, ਤਾਂ ਕਿਹੜੀਆਂ ਕਮੇਟੀਆਂ ਬਣਦੀਆਂ ਨੇ। ਆਪਣਾ ਉਹ ਰਹਿ ਗਿਆ, ਉਹ ਆਪਣਾ 1-2 ਲੈਕਚਰਾਂ ਦੇ ਵਿੱਚ ਆਪਣਾ ਪਾਰਲੀਮੈਂਟਰੀ ਕਮੇਟੀਆਂ ਤੇ ਕੀ ਬਿੱਲ ਹੁੰਦੇ ਆ, ਕਿਹੜੇ ਸੈਸ਼ਨ ਚੱਲਦੇ ਨੇ ਉੱਥੇ, ਕਿਵੇਂ ਸੈਸ਼ਨ ਭੰਗ ਕੀਤਾ ਜਾ ਸਕਦਾ, ਫੰਡ ਕਿਵੇਂ ਕਢਾਇਆ ਜਾ ਸਕਦਾ, ਮਨੀ ਬਿੱਲ ਦੇ ਵਿੱਚ ਕੀ ਪੁਆਇੰਟ ਹੁੰਦੇ ਆ। ਤਾਂ ਇਹ ਸਾਰੇ ਪੁਆਇੰਟ ਨੇ ਜਿਹੜੇ ਆਪਾਂ 1 ਜਾਂ 2 ਵੀਡੀਓ ਦੇ ਵਿੱਚ ਇਹਨਾਂ ਨੂੰ ਪ੍ਰੋਪਰ ਕਵਰ ਕਰ ਦੇਣਾ। ਤਾਂ ਉਮੀਦ ਕਰਦੇ ਹਾਂ ਵੀ ਤੁਸੀਂ ਅੱਜ ਦੇ ਲੈਕਚਰ ਨੂੰ ਜ਼ਰੂਰ ਸੁਣਿਆ ਹੋਊਗਾ। ਬਾਕੀ ਜਿਨ੍ਹਾਂ ਨੂੰ ਕੋਈ ਡਾਊਟ ਸੀਗਾ ਤਾਂ ਉਹ ਵੀ ਤੁਸੀਂ ਆਪਦਾ ਕਮੈਂਟ ਕਰਕੇ ਇੱਥੇ ਦੱਸ ਸਕਦੇ ਹੋਗੇ। ਬਾਕੀ ਰਾਜੇ ਤੁਹਾਨੂੰ ਸਭ ਨੂੰ ਵੀ ਦੱਸਿਆ ਜਾਂਦਾ ਵੀ ਜਿਹੜੇ ਵੀ ਆਪਾਂ ਕੋਈ ਸ਼ਾਰਟ ਪਾਉਂਦੇ ਆ ਤਾਂ ਉਹ ਸ਼ਾਰਟ ਇਹ ਨਹੀਂ ਹੁੰਦੇ ਵੀ ਤੁਹਾਨੂੰ ਕੁਛ ਦਿਖਾਉਣ ਦੇ ਲਈ ਪਾਏ ਜਾਂਦੇ ਆ। ਉਹਨਾਂ ਦੇ ਉੱਪਰ ਸਿਰਫ ਲਿਖਿਆ ਹੁੰਦਾ ਵੀ ਇਹ ਇੱਕ ਮੋਟੀਵੇਸ਼ਨਲ ਤਰੀਕੇ ਤੋਂ ਪਾਏ ਗਏ ਆ, ਵੀ ਜਿਨ੍ਹਾਂ ਨੇ ਵੀ ਦੇਖਣੇ ਆ ਤਾਂ ਕੁਛ ਦੇਖ ਕੇ ਉਹਨਾਂ ਨੂੰ ਕੋਈ ਉਹ ਮੋਟੀਵੇਸ਼ਨ ਮਿਲ ਸਕੇ, ਤਾਂ ਕਰਕੇ ਪਾਏ ਜਾਂਦੇ ਆ। ਕਿਸੇ ਨੇ ਕਮੈਂਟ ਕਰਕੇ ਕਿਹਾ ਵੀ ਸੀਗਾ ਵੀ ਕੀ ਇਹ ਆਪਣੇ ਨਾਇਬ ਤਹਿਸੀਲਦਾਰ ਦੇ ਪੇਪਰ ਦੇ ਵਿੱਚ ਆਊਗਾ? ਤਾਂ ਜਿਹੜਾ ਨਾਇਬ ਤਹਿਸੀਲਦਾਰ ਦੇ ਪੇਪਰ ਦੇ ਵਿੱਚ ਆਉਣਾ, ਤੁਹਾਨੂੰ ਵੀ ਪਤਾ ਵੀ ਸ਼ਾਰਟ ਦੇ ਵਿੱਚ 1 ਮਿੰਟ ਦੇ ਵਿੱਚ ਕੀ ਦੱਸਿਆ ਜਾ ਸਕਦਾ। ਤਾਂ ਉਹਨਾਂ ਦੇ ਪੇਪਰ ਦੇ ਵਿੱਚ ਆਉਣ ਵਾਲਾ ਕੰਟੈਂਟ ਤੁਹਾਨੂੰ ਸਾਡੇ ਚੈਨਲ 'ਤੇ ਮਿਲੇਗਾ, ਨਾ ਕਿ ਸ਼ਾਰਟਸ ਦੇ ਵਿੱਚ। ਤਾਂ ਉਹਦੇ 'ਤੇ ਤੁਸੀਂ ਉਹ ਤੁਹਾਨੂੰ ਸਿਰਫ ਇੱਕ ਮੋਟੀਵੇਸ਼ਨ ਦੇਣ ਦੇ ਲਈ ਹੁੰਦੇ ਆਪਣੇ, ਹੋਰ ਉਹਦਾ ਕੋਈ ਪਰਪਸ ਨਹੀਂ ਹੁੰਦਾ। ਬਾਕੀ ਰਹੀ ਗੱਲ ਬੁੱਕਸ ਦੀ, ਬੁੱਕਸ ਪੜ੍ਹਨਾ ਕੋਈ ਮਾੜੀ ਗੱਲ ਨਹੀਂ ਆ, ਕਿਉਂਕਿ ਕੋਈ ਵੀ ਪੜ੍ਹਾਉਣ ਵਾਲਾ, ਈਵਨ ਚਾਹੇ ਮੈਂ ਪੜ੍ਹਾ ਰਿਹਾ ਤੁਹਾਨੂੰ, ਕੋਈ ਹੋਰ ਟੀਚਰ ਪੜ੍ਹਾ ਰਹੇ ਨੇ, ਕੋਈ ਵੀ ਤੁਹਾਨੂੰ ਪੜ੍ਹਾ ਰਿਹਾ, ਬੁੱਕਸ ਉਹੀ ਹੁੰਦੀਆਂ ਨੇ ਜੋ ਬਾਜ਼ਾਰ ਦੇ ਵਿੱਚ ਮਿਲਦੀਆਂ ਨੇ। ਉਹਨਾਂ ਨੂੰ ਵੀ ਕੋਈ ਲਹਿਰੀਆਂ ਬੁੱਕਸ ਨਹੀਂ ਮਿਲਦੀਆਂ ਹੁੰਦੀਆਂ। ਗੱਲ ਇਹ ਹੁੰਦੀ ਆ ਵੀ ਉਹਨਾਂ ਨੂੰ ਕਿਵੇਂ ਕਿਹੜੀ ਕਿਤਾਬ ਦੇ ਵਿੱਚੋਂ ਆਪਾਂ ਕੀ ਪੁਆਇੰਟ ਨੇ ਜਿਹੜੇ ਉਹ ਕੱਢਣੇ ਹੁੰਦੇ ਆ, ਔਰ ਕਿਵੇਂ ਉਹਨਾਂ ਨੂੰ ਕੰਪਾਈਲ ਕਰਕੇ ਸਟੂਡੈਂਟਸ ਦੇ ਸਾਹਮਣੇ ਇੱਕ ਵਧੀਆ ਤਰੀਕੇ ਦੇ ਨਾਲ ਉਹਨੂੰ ਪੇਸ਼ ਕਰਨਾ। ਨਹੀਂ, ਕਿਤਾਬਾਂ ਉਹੀ ਹੁੰਦੀਆਂ ਨੇ ਜਿਹੜੀਆਂ ਤੁਸੀਂ ਪੜ੍ਹਦੇ ਹੋ, ਉਹੀ ਅਸੀਂ ਪੜ੍ਹਦੇ ਹੁੰਦੇ ਹਾਂ। ਠੀਕ ਆ? ਤਾਂ ਇਹੋ ਜਿਹੀ ਗਲਤ ਕਮੈਂਟਬਾਜ਼ੀ ਤੋਂ ਬਚਿਆ ਕਰੋ। ਉਮੀਦ ਕਰਦੇ ਹਾਂ ਵੀ ਤੁਸੀਂ ਅੱਜ ਕੁਛ ਨਵਾਂ ਸਿੱਖਿਆ ਹੋਏਗਾ। ਤਾਂ ਤੁਸੀਂ ਵੀਡੀਓ ਨੂੰ ਲਾਈਕ, ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ, ਔਰ ਚੈਨਲ ਨੂੰ ਸਬਸਕ੍ਰਾਈਬ ਜ਼ਿਆਦਾ ਤੋਂ ਜ਼ਿਆਦਾ ਕਰਿਓ। ਤਾਂ ਆਉਣ ਵਾਲੇ 1-2 ਦਿਨਾਂ ਦੇ ਵਿੱਚ ਆਪਾਂ ਵੀਡੀਓਜ਼ ਨੇ ਜਿਹੜੀਆਂ ਉਹ ਤੁਹਾਡੇ ਨਾਲ ਲਾਈਵ ਕਰਾਂਗੇ। ਤਾਂ ਵੀਡੀਓ ਦੇਖਣ ਲਈ ਸਭ ਦਾ ਥੈਂਕ ਯੂ।